बलिहारी तिनको सिवत जना देवात। सब राती सुहागणी मैं सब राती सुहागणी एक दुहागण मैं एक दुहागण रात। साई सुहागण साई भागण जै पिर कृपा तारी। फिर अवगुण तिसके सब गवाए गल सेती लाए सवारी। कर्महीन तन करे बिनती कद नानक आवे बारी। सब सुहागण माणे रलियां एक देवो रात मुरारी। बाबा मैं वर दे मैं हर वार भावे तिसकी बलराम जियो। रव रया जुग चार तिर भवन बाणी जिसकी बलराम जियो। तिर पवन कंत रवे सुहागण अवगुणवंती दूर है। जैसी आसा तैसी मनसा पूर रया भरपूरे। हर की नार सुसर्ब सुहागण रांड न मैले वेसे। नानक मैं वर साचा भावै जुग जुग प्रीतम तैसे। बाबा लगन गणाए हम पी वंजा सौरे बलराम जियो। बाबा लगन गणाए हम पी वंजा सहोरे बलराम जियो। सबना सौरे वंजना सब मुकलावण हार। नानक तन सुहागणी जिन सै नाल प्यार। वाहिगुरु जी का खालसा वाहिगुरु जी की फतेह। परम सत्कार जो गुरु प्यारी गुरु सवारी साध संगत जी, जो आपां हफ्तावारी प्रोग्राम करते हाँ और अज आपां फिर बुधवार गुरु के बचनां दे नाल सांझ पाउण जा रहे हैं। अगे आपां विचार करते सी गुरु अंगद साहिब की जीवन गाथा आरंभ की हुई है, पर विच वो गुरु ग्रंथ साहिब महाराज का प्रकाश दिहाड़ा आ गया। विचे ही को ज्ञानी जगतार सिंह का मसला खड़ा हो गया कि उच्चियां पदवियां ते बैठे हुए लोग कोई सियाणे लोग नहीं है, बेसमझ लोग ने, क्योंकि इन्हां पदवियां जिहड़ियां मिलियां होईयां वा इन्हां नूं योग्यता के आधार ते नहीं, ये सिफारशी लोग ने। तो जदों परख करके ना किसी नूं रखिया जाए, सिफारिश ते रखिया जाए, तो फिर उत्थों वो आसां नहीं लाइया जा सकदियां जिहड़ियां आसां हुंदियां ने उस कुर्सी ते बैठ के। गुरु नानक साहब ने कसौटी रखी सी, सिखा पुत्रां को के सब उमत वेख्यो जे क्यों जां सदोष तां लहणा टिक्यों। पंजां प्यारियां दी परख कीती गई। हुण परख नहीं धर्म च हुंदी, हुण सिफारिश चलदी है। 100 सिफारिशां पा के दरबार साहिब दा रागी लगदा है, पता नहीं किन्नियां दियां। ते जिन्ने उत्थे मंजी हाल कथा करनी, पता नहीं पहलों किन्नियां नूं मत्था टेकना पैंदा बंदियां नूं, ते फिर उत्थे जाया जांदा।
ਤੇ ਫਿਰ ਜਦੋਂ ਉੱਥੇ ਕੋਈ ਕਥਾ ਕਰਦਾ ਉਹ ਆਪਣੀ ਜ਼ਮੀਰ ਨੂੰ ਗਿਰਵੀ ਰੱਖ ਕੇ ਕਥਾ ਕਰਦਾ, ਗਿਰਵੀ ਰੱਖ ਕੇ ਉਹ ਆਵਾਜ਼ ਨਹੀਂ ਅੰਦਰੋਂ ਕੱਢਦਾ ਜਿਹੜੀ ਨਿਕਲਣੀ ਚਾਹੀਦੀ, ਉਹ ਦਬਾ ਕੇ ਰੱਖਦਾ, ਕਿਉਂ ਉਹਦੀ ਆਤਮਾ ਗਿਰਵੀ ਹੋ ਚੁੱਕੀ ਹੈ, ਗਹਿਣੇ ਪੈ ਚੁੱਕੀ ਹੈ, ਕਿਉਂਕਿ 100 ਬੰਦਿਆਂ ਦੀ ਸਿਫਾਰਿਸ਼ ਪਾ ਕੇ ਤੇ ਉਹ ਕਥਾ ਕਰਨ ਲੱਗਾ ਹੋਇਆ। ਜਿਸ ਤਰ੍ਹਾਂ ਬਾਬਰ ਨੇ ਗੁਰੂ ਨਾਨਕ ਸਾਹਿਬ ਨੂੰ ਆਖਿਆ ਸੀ ਮੇਰਾ ਪੁੱਤਰ ਬਿਮਾਰ ਹੈ, ਅਸੀਸ ਦਿਓ। ਸਾਹਿਬ ਕਹਿੰਦੇ ਅਸੀਸਾਂ ਇੱਦਾਂ ਨਹੀਂ ਆਉਂਦੀਆਂ ਹੁੰਦੀਆਂ ਵੀ ਤੂੰ ਧੱਕੇ ਨਾ ਆਖੇਂਗਾ ਕਿ ਅਸੀਸ ਦਿਓ, ਤੇ ਮਹਾਂਪੁਰਖ ਕੋਈ ਪ੍ਰਸੰਨ ਹੋਵੇ ਤੇ ਫੇਰ ਅਸੀਸਾਂ ਅੰਦਰੋਂ ਅਸੀਸ ਨਿਕਲਦੀ ਹੈ। ਤੇਰੇ ਕਹਿਣ ਨਾਲ ਥੋੜ੍ਹਾ ਮੈਂ ਕਹਿ ਵੀ ਦਿੰਦਾ, ਤੇਰੇ ਇੱਦਾਂ ਕਹਿਣ ਨਾਲ ਥੋੜ੍ਹਾ ਠੀਕ ਹੋ ਜਾਣਾ ਤੇਰਾ ਪੁੱਤ। ਅਸੀਸਾਂ ਅੰਦਰੋਂ ਨਿਕਲਦੀਆਂ ਨੇ, ਤੇ ਜਦੋਂ ਤੁਸੀਂ ਅੰਦਰ ਦੀ ਆਵਾਜ਼ ਹੀ ਦਬਾ ਛੱਡੀ ਹੈ ਤਾਂ ਹੁਣ ਬਾਹਰ ਕੀ ਹੋਣਾ? ਕੱਖ ਵੀ ਨਹੀਂ ਹੋਣਾ। ਖੈਰ ਉਹ ਵਿੱਚੇ ਗੱਲਾਂ ਆ ਗਈਆਂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੱਲ੍ਹ ਇੱਕ ਦਿਹਾੜਾ ਲੰਘਿਆ ਜਿਹਨੂੰ ਕਹਿੰਦੇ ਵਿਆਹ ਪੁਰਬ। ਤੇ ਮੈਂ ਕਿਹਾ ਚੱਲ ਅਸੀਂ ਬਹੁਤਾਰ ਪ੍ਰੋਗਰਾਮ ਜਿਹੜਾ ਕਰਦੇ ਹਾਂ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦੇ ਵਿਆਹ ਪੁਰਬ ਨੂੰ ਸਮਰਪਿਤ ਕਰ ਦਿੰਦੇ ਹਾਂ। ਤੋ ਆਓ ਜੁੜੋ ਵਿਚਾਰ ਦੇ ਨਾਲ। ਜਦੋਂ ਅਸੀਂ ਗੁਰੂ ਕੀ ਬਾਣੀ ਪੜ੍ਹਦੇ ਹਾਂ ਜਾਂ ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹਦੇ ਹਾਂ ਜਾਂ ਹੋਰ ਧਾਰਮਿਕ ਗ੍ਰੰਥ ਪੜ੍ਹਦੇ ਹਾਂ, ਤੇ ਭਾਈ ਗੁਰਦਾਸ ਨੇ ਇੱਕ ਤੁਕ ਲਿਖੀ, ਉਹ ਕਹਿੰਦੇ ਗੁਰਮੁਖ ਹੋਏ ਵਿਆਹੀਐ। ਵਿਆਹ ਦਾ ਅਰਥ ਕੀ ਹੈ? ਹਰ ਚੀਜ਼ ਦਾ ਅਰਥ ਹੁੰਦਾ ਹੈ, ਤੇ ਵਿਆਹ ਦਾ ਕੀ ਅਰਥ ਹੈ? ਭਾਈ ਗੁਰਦਾਸ ਨੇ ਲਿਖਿਆ ਗੁਰਮੁਖ ਹੋਏ ਵਿਆਹੀਐ। ਵਿਆਹ ਹੋਆ ਮੇਰੇ ਬਾਬਲਾ, ਵਿਆਹ ਹੋਆ ਮੇਰੇ ਬਾਬਲਾ, ਗੁਰਮੁਖ ਹਰ ਪਾਇਆ ਵਿਆਹ ਹੋਆ। ਵਿਆਹ ਦਾ ਅਰਥ ਇਹ ਜਿਹੜਾ ਵਿਆਹ ਸ਼ਬਦ ਹੈ ਇਹ ਧਾਰਮਿਕ ਸ਼ਬਦ ਵਾ। ਇਸ ਨੂੰ ਦੁਨੀਆਦਾਰ ਵਰਤ ਰਹੇ ਨੇ। ਇਹ ਸ਼ਬਦ ਭਗਤਾਂ ਸੰਤਾਂ ਨੇ ਲੱਭਿਆ ਸੀ, ਤੇ ਇਹ ਉੱਥੋਂ ਲੱਭਿਆ ਗਿਆ ਸੀ ਜਦੋਂ ਕਿ ਉਸ ਦੀ ਆਤਮਾ ਪਰਮਾਤਮਾ ਨਾਲ ਮਿਲ ਜਾਂਦੀ ਆ, ਮਿਲਣ ਹੋ ਜਾਂਦਾ ਹੈ, ਤੇ ਉਸ ਮਿਲਣ ਨੂੰ ਜਿਹੜਾ ਨਾਂ ਦਿੱਤਾ ਗਿਆ ਉਹ ਵਿਆਹ ਸ਼ਬਦ ਦਿੱਤਾ ਗਿਆ ਕਿ ਦੋਹਾਂ ਦਾ ਆਤਮਾ ਔਰ ਪਰਮਾਤਮਾ ਦਾ ਵਿਆਹ ਹੋ ਗਿਆ ਹੈ। ਵਿਆਹ ਮੈਨੇ ਵਿਆਹ ਦਾ ਅਰਥ ਮਿਲਣ ਹੋ ਜਾਣਾ। ਜਦੋਂ ਦੋ ਪਰਿਵਾਰ ਦੋ ਸਰੀਰ ਮਿਲ ਜਾਣ, ਅਸੀਂ ਉਸ ਨੂੰ ਵੀ ਇੱਕ ਵਿਆਹ ਸ਼ਬਦ ਦੇ ਦਿੱਤਾ ਨਾ। ਹਾਲਾਂਕਿ ਇਹ ਧਾਰਮਿਕ ਸ਼ਬਦ ਵਾ। ਇਸ ਦਾ ਮਤਲਬ ਆਤਮਾ ਦਾ ਮਿਲਣ ਜਦੋਂ ਪਰਮਾਤਮਾ ਨੂੰ ਹੋ ਜਾਂਦਾ ਹੈ, ਤੇ ਭਗਤਾਂ ਨੇ ਆਖਿਆ ਤੇ ਸਾਡਾ ਤੇ ਵਿਆਹ ਹੋ ਗਿਆ, ਸਾਡਾ ਤੇ ਮਿਲਣ ਹੋ ਗਿਆ। ਗੁਰਬਾਣੀ ਨੇ 3 ਤਰ੍ਹਾਂ ਦਾ ਵਿਆਹ ਮੰਨਿਆ ਹੈ। ਪਹਿਲਾ ਵਿਆਹ ਉਹ ਸਾਰਿਆਂ ਦਾ ਹੀ ਹੋ ਜਾਂਦਾ ਧਰਤੀ ਉੱਤੇ, ਤੇ ਜਿਹੜਾ ਦੂਸਰਾ ਵਿਆਹ ਵਾ ਉਹਦੇ 'ਚ ਕੁਛ ਲੋਕ ਰਹਿ ਜਾਂਦੇ ਨੇ, ਕੋਈ ਇਸਤਰੀਆਂ ਵੀ ਰਹਿ ਜਾਂਦੀਆਂ, ਕੁਛ ਮਰਦ ਵੀ ਰਹਿ ਜਾਂਦੇ ਨੇ, ਤੇ ਬਹੁਤਿਆਂ ਦਾ ਹੋ ਜਾਂਦਾ ਹੈ। ਤੇ ਜਿਹੜਾ ਗੁਰਬਾਣੀ ਨੇ ਤੀਸਰਾ ਵਿਆਹ ਮੰਨਿਆ ਹੈ ਉਹ ਧਰਤੀ ਉੱਤੇ ਕਿਸੇ ਵਿਰਲੇ ਦਾ ਹੀ ਹੁੰਦਾ ਹੈ। ਜਿਸ ਤਰ੍ਹਾਂ ਭਗਤ ਫਰੀਦ ਜੀ ਕਹਿੰਦੇ ਨੇ, ਜਿੰਦ ਵਹੁਟੀ ਮਰਨ ਵਰ, ਇਹ ਪਹਿਲਾ ਵਿਆਹ ਵਾ ਸਾਡਾ, ਇਹ ਸਾਰਿਆਂ ਦਾ ਹੋਣਾ। ਉਹ ਕਿਹੜਾ ਵਿਆਹ? ਜਿੰਦ ਵਹੁਟੀ ਮਰਨ ਵਰ। ਜਿੰਦ ਸਾਡੀ ਜਿਹੜੀ ਹੈ ਵਹੁਟੀ ਹੈ, ਤੇ ਇਹ ਮੌਤ ਇਹਦਾ ਲਾੜਾ ਵਾ। ਤੇ ਜਿੰਦ ਵਹੁਟੀ ਮਰਨ ਵਰ, ਲੈ ਜਾਸੀ ਪਰਨਾਏ, ਇਹਨੂੰ ਪਰਨਾ ਕੇ ਲੈ ਜਾਏਗੀ, ਇਹਨੂੰ ਵਿਆਹ ਕੇ ਲੈ ਜਾਏਗਾ ਮੌਤ, ਕਿਉਂਕਿ ਜਿੰਦ ਵਹੁਟੀ ਹੈ। ਇਹ ਸਰੀਰ ਦਾ ਵਿਆਹ ਹੋਣਾ ਹੀ ਹੋਣਾ ਹੈ, ਇਹ ਜਿੰਦ ਦਾ ਵਿਆਹ ਹੋਣਾ ਹੀ ਹੋਣਾ ਹੈ। ਕਿ ਗੁਰੂ ਕਾ ਬਚਨ ਆਉਂਦਾ ਬਾਣੀ ਦੇ ਵਿੱਚ, ਗੁਰੂ ਅਰਜਨ ਦੇਵ ਜੀ ਸਹਿਸਕ੍ਰਿਤੀ ਅੰਦਰ ਬਚਨ ਕਰਦੇ ਆ, ਅਚੇਤ ਮੂੜਾ ਨਾ ਜਾਨੰਤ ਘਟੰਤ ਸਾਸਾ ਨਿਤ ਪਰਤੈ। ਐ ਮੂਰਖ ਬੰਦਿਆ ਤੂੰ ਸਮਝਦਾ ਕਿਉਂ ਨਹੀਂ? ਵੇਖ ਤੇਰਾ ਕਿੱਧਰ ਦੀ ਕਿੱਧਰ ਕਹਾਣੀ ਤੁਰ ਗਈ। ਕਦੇ ਤੂੰ ਬੱਚਾ ਸੀ, ਜਵਾਨ ਹੋਇਆ, ਬੁੱਢਾ ਹੋ ਗਿਆ, ਤੇਰੀ ਕਾਇਆ ਦਿਨ ਦਿਨ ਔਧ ਘਟਤ ਹੈ। ਕੱਲ ਹੁਕਮਨਾਮਾ ਦਰਬਾਰ ਸਾਹਿਬ ਦਾ ਜਿਹੜਾ ਆਇਆ ਸੀ ਨਾ, ਕਿ ਜਬ ਜਰੀਏ ਤਬ ਹੋਏ ਭਸਮ ਤਨ, ਰਹੇ ਕਿਰਮ ਦਲ ਖਾਈ। ਜਬ ਜਰੀਏ, ਜਦੋਂ ਸਰੀਰ ਨੂੰ ਸਾੜ ਦਿੱਤਾ ਜਾਏਗਾ, ਤਬ ਹੋਏ ਭਸਮ ਤਨ, ਇਹ ਸਵਾਹ ਹੋ ਜਾਊਗਾ। ਰਹੇ ਕਿਰਮ ਦਲ ਖਾਈ,
काची गागर नीर पड़त है, या तन की एह बड़ाई। काहे भैया फूलियो फिरता फिर भूलियो फिरता फिरता, जब दस मास उर्द मुख रहता, सोदन कैसे भूलिया। ते गुरु अर्जन देव महाराज कहते ने, अचेत मूड़ा ना जनंत, कटंत सासा नित परते। तेरे अहुदे वध रहे ने, तेरी दौलत वध रही आ, तेरा कारोबार वध रहा, तेरा परिवार वध रहा, पर तू तो घट रहा है। अचेत मूड़ा ना जनंत है, मूर्ख बंदिया तू जानता क्यों नहीं है। अचेत मूड़ा ना जनंत, कटंत सासा नित परते। सजंत महासुंदरी, आ सुंदरी इनू शरीर नू सुंदरी कहते ने। ये वेख सजंत, ये दिनों रेत घटती जा रही है, खुरदी जा रही। इसनू जब लग जरा रोग नहीं आया, जब लग काल ग्रसी नहीं काया, जब लग बिकल पई नहीं बाणी भज ले रे मनक, जब लग जरा रोग नहीं आया। इनू बड़ेपा रूपी जंग लग जाना, इस शरीर नू खा जाना बड़ेपे ने, इस काया नू। साहब कहते ने, सजंत महासुंदरी, काल कन्या ग्रास ते। काल कन्या, कन्या शरीर जिहड़ा साडा, ते ये काल दी धी वा। काल कन्या, इस शरीर नू काल दी कन्या मन्निया, धी मन्निया गया। ग्रास ते काल ने इनू खा जाना। ये काल दे अधीन शरीर पैदा होया ते काल ने इनू खाना। महाराज कहंदे ये विआह सारियां दा ही हो जाना। जिंद वहुटी मरन वर, लै जासी परनाए। ये विआह सारियां दा ही हुंदा। ते दूसरा विआह जिहड़ा असीं अपणियां धीआं पुत्रां दा करदे, उहनूं मन्निया विआह, जिहदे विच एक बचन आउंदा रहतनामे दा कि जब कन्या वर दे जोग हो जावे, जब कन्या वर दे जोग हो जावे ते जोग वर लभ के उस दा विआह करना। ते ਉਹਦੇ ਵਿੱਚ ਬਚਨ ਆਉਂਦਾ कि ਭਾਦਨੀ ਨੂੰ ਕੰਨਿਆ नहीं देनी। ਕੰਨਿਆ ਮੈਨੇ ਧੀ। सब गुरु गोबिंद सिंह महाराज ਦਾ बचन है भी जद ਧੀ कोई वर दे जोग होवे ते उस लई जोग वर ਲੱਭਿਆ जावे ते गुरसिख लभ के उस ਨੂੰ ਧੀ ਦਿੱਤੀ ਜਾਵੇ ਤੇ ਭਾਦਨੀ ਨੂੰ ਕੰਨਿਆ ਨਾ ਦਿੱਤੀ ਜਾਵੇ। अथवा ਜਿਹੜਾ ਮੋਨਾ ਉਹਨੂੰ ਨਾ ਧੀ ਦਿੱਤੀ ਜਾਵੇ। ਪਰ ਇਸ ਤਰ੍ਹਾਂ ਹੁੰਦਾ ਨਹੀਂ ਗਾ, ਹੁਣ ਚੱਲਦਾ ਦੂਸਰਾ ਵੀ। ਖੈਰ, ਤੇ ਤੀਸਰਾ ਜਿਹੜਾ ਵਿਆਹ ਵਾ ਨਾ ਭਾਈ, ਉਹ ਧਰਤੀ ਉੱਤੇ ਕਿਸੇ ਵਿਰਲੇ ਦਾ ਹੀ ਹੁੰਦਾ। ਉਹ ਬਾਬਾ ਅਤਰ ਸਿੰਘ ਦਾ ਹੋਇਆ ਸੀ। ਹੁਣ ਹਾਲਾਂਕਿ ਉਹਨਾਂ ਦਾ ਸਰੀਰਕ ਵਿਆਹ ਨਹੀਂ ਹੋਇਆ ਬਾਬਾ ਅਤਰ ਸਿੰਘ ਦਾ, ਉਹਨਾਂ ਦਾ ਕੋਈ ਔਲਾਦ ਨਹੀਂ ਸੀ। ਉਹਨਾਂ ਦਾ ਵਿਆਹ ਆਤਮਾ ਦਾ ਪਰਮਾਤਮਾ ਨਾਲ ਹੋ ਚੁੱਕਾ ਸੀ। ਤੇ ਜਿਨ੍ਹਾਂ ਦਾ ਵਿਆਹ ਪਰਮਾਤਮਾ ਨਾਲ ਹੋ ਜਾਂਦਾ, ਉਹਨਾਂ ਨੂੰ ਕੋਈ ਦੁਨਿਆਵੀ ਵਿਆਹ ਦੀ ਬਹੁਤੀ ਲੋੜ ਨਹੀਂ ਪੈਂਦੀ। ਆ ਸਾਡੇ ਪ੍ਰਚਾਰਕ ਜਿਹੜੇ ਨੇ ਨਾ, ਇਹਨਾਂ ਨੇ ਬਹੁਤ ਸਿੱਖੀ ਨੂੰ ਨਿਗਾਰ ਵਿੱਚ ਲੈ ਜਾਂਦਾ। ਇਹਨਾਂ ਨੇ ਤਿਆਗ ਦੀ ਨਿੰਦਾ ਕਰ ਦਿੱਤੀ ਆ ਵੀ ਤਿਆਗ ਦਾ ਧਰਮ ਬਾਬੇ ਨਾਨਕ ਦਾ ਧਰਮ ਨਹੀਂ ਗਾ, ਗ੍ਰਸਥ ਧਰਮ ਸੀ ਇਹ। ਨਾ 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 ਨਾ, ਕਿਤੇ ਧਰਮ ਨੂੰ ਗ੍ਰਸਥ ਨੂੰ ਕੋਈ ਪ੍ਰਧਾਨਤਾ ਨਹੀਂ ਦਿੱਤੀ ਹੋਈ ਬਾਣੀ ਨੇ। ਬਾਬਾ ਜੀ ਗੁਰਦਾਸ ਨੇ ਇੱਕ ਤੁਕ ਲਿਖ ਦਿੱਤੀ ਆ, ਉਹ ਲੈ ਕੇ ਤੁਸੀਂ ਸਾਰੇ ਬਹਿ ਗਏ ਹੋ। ਤੇ ਜਿਹੜੀ ਗੁਰੂ ਕੀ ਬਾਣੀ ਕਹਿੰਦੀ ਕਿ ਪੁੱਤਰ ਕਲਤਰ ਗ੍ਰਸਥ ਕਾ ਫਾਸਾ, ਇਹ ਧੀਆਂ ਪੁੱਤਰ ਤੇਰੀਆਂ ਫਾਈਆਂ ਵਾ। ਵਾ ਇੱਕ ਤੁਕ ਭਾਈ ਗੁਰਦਾਸ ਦੀ ਲੈ ਕੇ ਮੋਢੇ ਤੇ ਚੁੱਕੀ ਫਿਰਦੇ ਆ ਜਿਹੜੇ ਲੋਭੀ ਲਾਲਚੀ ਕਥਾ ਪੈ ਕਰਦੇ ਦੁਨੀਆਦਾਰ। ਲੋਭੀ ਲਾਲਚੀ ਧਰਮ ਦੀ ਕਾਹਦੀ ਕਥਾ ਕਰ ਸਕਦਾ ਹੈ। ਸਭ ਕਹਿੰਦੇ ਪੁੱਤਰ ਕਲਤਰ ਗ੍ਰਸਥ ਕਾ ਫਾਸਾ, ਹੁਣ ਨਾ ਪਾਈਏ ਰਾਮ ਕੇ ਦਾਸਾ। ਜਿਹੜਾ ਧੀ ਦਾ, ਮਾਫ ਕਰਨਾ, ਜਿਹੜਾ ਇਸਤਰੀ ਦਾ ਗੁਲਾਮ ਹੋ ਗਿਆ, ਹੁਣ ਗੁਰੂ ਦਾ ਗੁਲਾਮ ਨਹੀਂ ਹੋਏਗਾ ਉਹ। ਮੈਂ ਇੱਧਰ ਨਾ ਹੁਣ ਜਾਵਾਂ, ਉਹ ਕਹਾਣੀ ਜਿਹੜੀ ਮੈਂ ਕਹਿਣੀ ਬਾਬੇ ਵਿਆਹ ਬਾਰੇ ਉਹ ਰਹਿ ਜਾਣੀ। ਫਿਰ ਮੈਂ ਕਹਿ ਰਿਹਾ ਸੀ ਤੀਸਰਾ ਵਿਆਹ ਭਗਤਾਂ ਦਾ ਹੁੰਦਾ ਹੈ, ਆਤਮਾ ਦਾ ਪਰਮਾਤਮਾ ਦੇ ਨਾਲ, ਜਿਹਨੂੰ ਭਗਤ ਕਬੀਰ ਜੀ ਕਹਿੰਦੇ, ਕਹੇ ਕਬੀਰ ਮੋਹ ਵਿਆਹੇ ਚੱਲੇ ਹੈ, ਪੁਰਖ ਏਕ ਭਗਵਾਨਾ। ਮੈਨੂੰ ਵਿਆਹ ਕੇ ਲੈ ਚੱਲਿਆ ਮੇਰਾ ਰੱਬ।
कहो कबीर मोहे ब्याहे चले हैं पुरख एक भगवाना। तो वो तीसरा विआह जिहड़ा वा वो संतां भगतां महापुरखां दा वो मीरां दा होया सी। ਜਦੋਂ मीरां नूं घर दे कहिंदे सी, कहंदी सी मेरा विआह तो हो चुका है, कहने लगे खसम तो तेरा है नहीं, कोई वार तां तेरे कोल है नहीं, तो तेरा विआह, उन्हें आख्या मेरा विआह भगवान नाल हो चुका है। ये किसी विरले विरले दा हुंदा ते ये गुरु बाबल बनदा है। ये गुरु ने विआह कराउणा, जिन्हों कहंदे ने जैसा सतगुरु सुनीदा तैसो ही मैं डीठ, विछड़िया मेले प्रभु हर दरगे का बसीठ। गुरु विचोला है, गुरु बाबल भी है ते गुरु विचोला भी है, दोवें काम कर लैंदा गुरु। जिद्दां दुनियावी विआह कोई विचोले तो बिना नहीं हुंदे। हुण तो चलो फेसबुक ने सब कहानियां मंगा दित्तियां, विचोले विचाले बेचारे नुकुरे लग गए ने, आप उधरियां ते कर रही मंडीरवार जिहड़ी है। ਇਹੋ ਜਿਹੇ ਜਿਹੜੇ ਫੇਸਬੁੱਕਾਂ 'ਤੇ ਵਿਆਹ ਹੋਏ ਹੁੰਦੇ, ਇਹ ਕੋਈ ਬਹੁਤਾ ਦਿਨ ਨਹੀਂ ਚੱਲਦੇ ਹੁੰਦੇ। ਇਹਨਾਂ ਦਾ ਅੰਤ ਜਿਹੜਾ ਵਾ ਗਲ ਵਿੱਚ ਫਾਹੀਆਂ ਪਾ ਕੇ ਮੁੜ ਕੇ ਰੁੱਖਾਂ ਨਾਲ ਲਟਕਦੇ ਆ ਇਹ ਲੋਕ। ਜਿਹੜੇ ਧੀਆਂ ਪੁੱਤ ਧੀਆਂ ਆਪਣੇ ਬਾਪ ਦੀ ਇੱਜ਼ਤ ਦੀ ਨਹੀਂ ਖਿਆਲ ਰੱਖਦੀਆਂ, ਆਪਣੀ ਮਰਜ਼ੀ ਨਾਲ ਵਿਆਹ ਕਰਾਉਂਦੀਆਂ ਨੇ, ਇਹ ਮੁੜ ਕੇ ਜ਼ਹਿਰ ਖਾ ਕੇ ਮਰਦੀਆਂ ਜਾਂ ਫਿਰ ਫਾਹੇ ਗਲਿਆਂ 'ਚ ਪਾ ਕੇ ਪੱਖਿਆਂ ਨਾਲ ਆਪਣੇ ਆਪ ਨੂੰ ਟੰਗ ਲੈਂਦੀਆਂ। ਇਹਨਾਂ ਦਾ ਅੰਤ ਇਸ ਤਰ੍ਹਾਂ ਹੁੰਦਾ ਇਹਨਾਂ ਵਿਆਹਾਂ ਦਾ। पर ये वाशना अधीर लोग इस तरह कर लेंदे ने, धीआं अपने ना बाप की पग की ख्याल करदियां, ना भरा की ईद की ख्याल करदियां, इस तरह कर लैंदियां। मैं कह रहा सी गुरु बाबल है, गुरु विचोला है, ते बाणी दा एक बचन आउंदा, बाबल दितड़ी दूर, मेरे बाबल ने मेरे गुरु ने मैनू विआह दिता ते विआहिया बड़ा दूर आ, ते उत्थों मुड़ के वो आई नहीं वापस पैके। वाह वाह। पेके दा अर्थ हुंदा, एक हुंदा विआह, एक हुंदा मुकलावा। ते वो अगे जाके आपां ख्याला करदे में विच आ गई गल। महाराज कहंदे बाबल दितड़ी दूर, मेरे बाबल ने मेरे गुरु ने मैनू विआह दिता ते विआहिया बड़ा दूर वा। ना करया बाबल दितड़ी दूर, ना आवे कर पहीए। जिथे मैनू विआह दिता ना मेरे बाबल ने, उथों हुण मैं वापस नहीं आ सकती। हुण ते जिहड़ी मोबाइलां ने कहानी विगाड़ छड्डी आ, ये तीसरे कि दिन ही भज के पेकिओं सहुरिਆਂ ਤੋਂ घरां ਨੂੰ पेकिਆਂ ਨੂੰ आ ਜਾਂਦੀਆਂ ने। नहीं तो अगे हदायत हुंदी सी धी नूं भी तूं अपने घर तुर गई आ, तेरा घर ਉਹ आ, तेरा सब कुछ उत्थे, इत्थे तेरा कुछ नहीं, तू नहीं इत्थे आउणा। खैर इस पासे ना मार कहंदे बाबल दितड़ी दूर, ना कर आवे पहीए। मेरे गुरु ने मेरे बाबल ने मेरा विआह कर दिता उस परमात्मा दे नाल, ते बड़ी दूर विआह दिता मैनू, ते मैं हुण पेके नहीं आ सकदी। क्यों नहीं आउंदी पेके जिहदा विआह हो जांदा मुड़ के? रैसी वेख हदूर कर सोहिए बलराम जीओ। उत्थे इन्ना आनंद आत्मा ते परमात्मा दे मिलन विच। रैसी वेख हदूर ना फिर रावी, जिहड़ा आत्मा च लीन हो गया वो संसार विच किवें आवेगा? जिहड़ा रब्बी रस विच डुब गया वो दुनिया दे रस नूं किवें मुड़ के माणेगा? रैसी वेख हदूर फिर रावी कर सोहिए बलराम जी। वो उत्थे जाके जो आत्मा परमात्मा च मिलन हुंदा, बड़ा आनंदमई अवस्था है। वो विआह हो जाता, मुड़ के दुनिया वाले पासे चित्त नहीं जाता उस व्यक्ति का। वो भावें इस्त्री होवे ते भावें पुरुष होवे। मीरां दा विआह हो गया सी परमात्मा नाल, उन्हें आख्या मैनूं दुनियावी खसम की लोड़ नहीं है। वो विआह होर किस्म का हुंदा है। खैर आओ हुण आपां जिहड़ा अज गुरु नानक सच्चे पातशाह महाराज दा विआह वा ਉਹਦੇ बारे कोई दो चार गल्लां कहीए। धन गुरु नानक सच्चे पातशाह महाराज दा जिहड़ा विआह वा ना ये बटाले शहर विच हुंदा है। ते बटाले शहर दे विच मूल चंद जिहड़ा वा वो रहण वाला इत्थों दा नहीं आ, बटाले दा। ये करीब 1486-87 दे विच गुरु नानक साहिब महाराज दा विआह हुंदा है।
ਕਰੀਬ 15 ਸਾਲ ਦੀ 14 ਸਾਲ ਦੀ ਉਮਰ ਆ ਜਿੱਦਣ ਗੁਰੂ ਨਾਨਕ ਸਾਹਿਬ ਵਿਆਹਣ ਆਉਂਦੇ ਨੇ। ਤੇ ਇੱਕ ਹੋਰ ਗੱਲ ਆ ਵੀ ਇਹ ਵਿਆਹ ਬਰਾਤ ਜਿਹੜੀ ਆ ਇਹ ਸੁਲਤਾਨਪੁਰ ਲੋਧੀ ਤੋਂ ਆਈ ਸੀ ਕਿ ਕਿੱਥੋਂ ਆਈ ਸੀ? ਭੈਣਾਂ ਦੇ ਘਰੋਂ ਕਦੀ ਵੀਰਾਂ ਦੀਆਂ ਬਰਾਤਾਂ ਨਹੀਂ ਚੜ੍ਹਦੀਆਂ। ਇਹ ਕਿਸ ਤਰ੍ਹਾਂ ਹੋਇਆ ਵਾ? ਭੈਣ ਦੇ ਘਰੋਂ ਬਰਾਤ ਲੈ ਕੇ ਵੀਰ ਆਵੇ? ਉਹਦਾ ਆਪਣਾ ਘਰ ਹੈ ਨਹੀਂ ਸੀ ਵੀਰ ਦਾ। ਨਹੀਂ, ਗੁਰੂ ਨਾਨਕ ਸਾਹਿਬ ਦਾ ਜੱਦੀ ਪਿੰਡ ਜਿਹੜਾ ਵਾ ਉਹ ਗੋਂਦਵਾਲ ਸਾਹਿਬ ਦੇ ਲਾਗੇ ਆ। ਹੋ ਸਕਦਾ, ਮੈਂ ਇਹ ਇਤਿਹਾਸ ਦੇ ਬਾਰੇ ਮੈਂ ਇੰਨਾ ਨਹੀਂ ਬਹੁਤਾ ਜਾਣਦਾ, ਕੋਈ ਹੋ ਸਕਦਾ ਗੁਰੂ ਨਾਨਕ ਸਾਹਿਬ ਦੀ ਬਰਾਤ ਜਿਹੜੀ ਆ ਉਹਨਾਂ ਦੇ ਜੱਦੀ ਪਿੰਡ ਗੋਂਦਵਾਲ ਸਾਹਿਬ ਲਾਗੇ ਆ। ਹੋ ਸਕਦਾ ਉੱਥੋਂ ਬਰਾਤ ਆਈ ਹੋਵੇ। ਤੇ ਚਲੋ ਹੁਣ ਧੱਕੇ ਨਾਲ ਹੀ ਕਹੀ ਜਾਂਦੇ ਸੁਲਤਾਨਪੁਰ ਵਾਲੇ ਵੀ ਅਸੀਂ ਜੰਜ ਜਾਣਾ ਸਾਲ ਪਿੱਛੋਂ। ਮੈਂ ਕੱਲ ਵੀ ਕਿਸੇ ਨੂੰ ਕਹਿ ਰਿਹਾ ਸੀ ਵੀ ਕੌਮ ਜਿਹੜੀ ਆ ਨਾ ਕੁਝ ਟਰੈਕ ਤੋਂ ਲੱਥੀ ਹੋਈ ਆ। ਇਹ ਹੋਰ ਕੰਮਾਂ ਦੇ ਪਿੱਛੇ ਪੈ ਗਈ ਆ ਵੀ ਅਸੀਂ ਵਿਆਹ ਪੁਰਬ ਮਨਾਉਣੇ ਆ ਜੀ, ਅਸੀਂ ਨਗਰ ਕੀਰਤਨ ਕਰਨੇ ਆ, ਅਸੀਂ ਗੁਰਦੁਆਰਿਆਂ 'ਚ ਲੱਖਾਂ ਰੁਪਈਆਂ ਦੇ ਫੁੱਲ ਲਾ ਦੇਣੇ ਆ ਜੀ। ਇਹ ਕਿੱਧਰ ਨੂੰ ਕੌਮ ਤੁਰ ਗਈ ਆ? ਕਿਰਾਏ ਪੈ ਗਈ ਕੌਮ। ਇਹ ਕੋਈ ਧਰਮ ਨਹੀਂਗਾ ਫੁੱਲ ਲਾ ਦਿਓ ਸਾਰੇ ਗੁਰਦੁਆਰਿਆਂ ਦੇ ਅੰਦਰ ਤੇ ਲੱਖਾਂ ਰੁਪਈਆ 2 ਦਿਨਾਂ ਵਿੱਚ ਬਰਬਾਦ ਕਰਕੇ ਸੁੱਟ ਦਿਓ। ਇਹ ਕਿੱਧਰ ਦੀਆਂ ਕਹਾਣੀਆਂ? ਇਹ ਧਰਮ ਥੋੜ੍ਹਾ ਕੋਈ ਭਾਈ। ਇਹ ਧਰਮੀ ਲੋਕ ਇਹ ਕੰਮ ਕਰਦੇ ਹੀ ਨਹੀਂ ਹੈ। ਅੱਜ ਤੇ ਸਾਡਾ ਜ਼ੋਰ ਹੀ ਗੁਰਦੁਆਰਿਆਂ ਨੂੰ ਸਜਾਉਣ ਤੇ ਲੱਗਾ ਵੀ ਫੁੱਲ ਲਾ ਦਿਓ ਗੁਰਦੁਆਰਿਆਂ 'ਚ ਤੇ ਨਗਰ ਕੀਰਤਨਾਂ ਤੇ ਤੇ ਬਾਬੇ ਦੇ ਵਿਆਹ ਪੁਰਬ ਤੇ ਲੱਡੂ ਖਵਾ ਦਿਓ। ਇੱਥੇ ਜ਼ੋਰ ਲੱਗ ਗਿਆ ਧਰਮ ਦਾ, ਤੇ ਜਿੱਥੇ ਲੱਗਣਾ ਸੀ ਉੱਥੇ ਨਹੀਂ ਲਾਇਆ। ਖੈਰ, ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਹੋ ਸਕਦਾ ਆਪਣੇ ਜੱਦੀ ਪਿੰਡ ਤੋਂ, ਸੁਲਤਾਨਪੁਰ ਲੋਧੀ ਤੋਂ ਨਹੀਂ। ਭੈਣਾਂ ਦੇ ਘਰੋਂ ਬਰਾਤਾਂ ਨਹੀਂ ਜਾਂਦੀਆਂ ਹੁੰਦੀਆਂ ਵੀਰਾਂ ਦੀਆਂ, ਉਹਨਾਂ ਦਾ ਆਪਣਾ ਪਿੰਡ ਹੈ ਗੋਂਦਵਾਲ ਸਾਹਿਬ ਲਾਗੇ। ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਬਰਾਤ ਲੈ ਕੇ, ਕਿਉਂਕਿ ਉਹਨਾਂ ਦੇ ਪਿਤਾ ਜੀ ਵੀ ਪਟਵਾਰੀ ਨੇ ਤੇ ਇੱਧਰ ਮੂਲ ਚੰਦ ਜਿਹੜਾ ਵਾ ਉਹ ਵੀ ਪਟਵਾਰੀ ਹੈ। ਤੇ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਦਾ ਜੱਦੀ ਪਿੰਡ ਤਰਨਤਾਰਨ ਜ਼ਿਲ੍ਹੇ 'ਚ ਤੇ ਉਹਨਾਂ ਦੇ ਪਿਤਾ ਜੀ ਨੌਕਰੀ ਕਰਦੇ ਸੀ ਉੱਥੇ, ਜਿਹਨੂੰ ਅੱਜ ਕੱਲ੍ਹ ਨਨਕਾਣਾ ਸਾਹਿਬ ਅਸੀਂ ਕਹਿੰਦੇ ਆ, ਰਾਏ ਭੋਜ ਦੀ ਤਲਵੰਡੀ। ਉੱਥੇ ਪਿਤਾ ਜੀ ਨੌਕਰੀ ਕਰਦੇ ਸੀ। ਜੱਦੀ ਪਿੰਡ ਉਹਨਾਂ ਦਾ ਇੱਥੇ ਤਰਨਤਾਰਨ ਜ਼ਿਲ੍ਹੇ 'ਚ ਹੈ। ਇਸੇ ਤਰ੍ਹਾਂ ਜਿਹੜਾ ਮੂਲ ਚੰਦ ਸੀ ਉਹਨਾਂ ਦਾ ਜੱਦੀ ਪਿੰਡ ਡੇਰਾ ਬਾਬਾ ਨਾਨਕ ਦੇ ਲਾਗੇ ਪੱਖੋਕੇ ਆ। ਪਰ ਇਹ ਬਟਾਲੇ ਦੇ ਵਿੱਚ ਇੱਥੇ ਉਹ ਸਰਵਿਸ ਕਰਦੇ ਨੇ, ਨੌਕਰੀ ਕਰਦੇ ਨੇ ਪਟਵਾਰ ਪੁਣੇ ਦੀ, ਤੇ ਇੱਥੇ ਉਹਨਾਂ ਦੀ ਰਿਹਾਇਸ਼ ਹੈ ਬਟਾਲੇ ਹੀ। ਇਹ ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਇਹ ਬਰਾਤ ਲੈ ਕੇ ਆਉਂਦੇ ਨੇ ਬਟਾਲੇ, ਤੇ ਬੜੀ ਆਓ ਭਗਤ ਹੁੰਦੀ ਆ। ਪਟਵਾਰੀ ਦਾ ਮੁੰਡਾ ਵਾ, ਕੱਲਾ ਕੱਲਾ ਪੋਤਾ, ਧਨ ਦੌਲਤ ਜਾਇਦਾਦ ਦਾ ਮਾਲਕ ਹੈ, ਤੇ ਬੜੀ ਆਓ ਭਗਤ ਹੋਈ। ਤੇ ਉਦੋਂ ਇੱਕ ਰੀਤ ਹੁੰਦੀ ਸੀ ਕਿ ਰਾਤ ਬਰਾਤਾਂ ਠਹਿਰਦੀਆਂ ਹੁੰਦੀਆਂ ਸੀ ਤੇ ਅੰਮ੍ਰਿਤ ਵੇਲੇ ਮੁੜ ਕੇ ਫਿਰ ਆਸਾ ਦੀ ਵਾਰ ਲੱਗਣੀ। ਗੁਰਸਿੱਖਾਂ ਦੀ ਪੁਰਾਣੀ ਰੀਤ ਵਾ, ਹੁਣ ਵੀ ਚਲੋ ਕਈ ਕਰਦੇ ਨੇ। ਰਾਤ ਬਰਾਤ ਨੂੰ ਠਹਿਰਾਇਆ ਗਿਆ ਤੇ ਜਦੋਂ ਅੰਮ੍ਰਿਤ ਵੇਲਾ ਹੋਇਆ ਨਾ, ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਸ਼ਹਿਰ ਤੋਂ ਕੋਈ 5-6 ਕਿਲੋਮੀਟਰ ਦੂਰ ਚਲ ਜਾਂਦੇ ਨੇ ਰਾਤ ਨੂੰ। ਵੇਖੋ, ਜਿਨ੍ਹਾਂ ਨੇ ਅੰਮ੍ਰਿਤ ਵਾਲਾ ਵੇਲਾ ਸੰਭਾਲਣਾ ਉਹਨਾਂ ਨੂੰ ਕਿੱਡੀ ਚਿੰਤਾ ਹੈ ਅੰਮ੍ਰਿਤ ਵੇਲੇ ਦੀ। ਅੱਜ ਕੱਲ੍ਹ ਕਹਿੰਦੇ ਨੇ ਕੋਈ ਲੋੜ ਹੀ ਨਹੀਂ ਹੈ ਅੰਮ੍ਰਿਤ ਵੇਲੇ ਦੀ, ਕੋਈ ਵਾਹਿਗੁਰੂ ਵਾਹਿਗੁਰੂ ਕਰਨ ਦੀ ਲੋੜ ਹੀ ਕੋਈ ਨਹੀਂ ਹੈ। ਇਹ ਕਿੱਦਾਂ ਦਾ ਧਰਮ ਹੋ ਗਿਆ ਸਿੱਖ ਧਰਮ? ਅੰਮ੍ਰਿਤ ਵੇਲਾ ਹੋਇਆ, ਗੁਰੂ ਨਾਨਕ ਸਾਹਿਬ ਨੇ ਅੰਮ੍ਰਿਤ ਵੇਲੇ ਨੂੰ ਸੰਭਾਲਣ ਵਾਸਤੇ ਸ਼ਹਿਰ ਤੋਂ 5-7 ਕਿਲੋਮੀਟਰ ਦੂਰ ਚਲ ਜਾਂਦੇ ਨੇ। ਉੱਥੇ ਦਾਤਣ ਕਰਦੇ ਨੇ ਤੇ ਉੱਥੇ ਗੁਰਦੁਆਰਾ ਫਲਾਹੀ ਸਾਹਿਬ ਅੱਜ ਕੱਲ੍ਹ ਕੋਈ 5-7 ਕਿਲੋਮੀਟਰ ਸ਼ਹਿਰ ਤੋਂ ਹਟਵਾ ਆਇਓ। ਉੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਰੱਬੀ ਯਾਦ ਵਿੱਚ ਜੁੜਦੇ ਨੇ। ਵੇਖੋ, ਭਾਵੇਂ ਉਹ ਵਿਆਹੁਣ ਹੀ ਆਏ ਹੋਏ ਨੇ, ਪਰ ਉਹਨਾਂ ਦਾ ਕੋਈ ਧਿਆਨ ਬਹੁਤਾ ਇਸ ਦੁਨਿਆਵੀ ਪਾਸੇ ਵਾਲੇ ਨਹੀਂ ਹੈ। ਤਾਂ ਹੀ ਉਹਦੇ ਪਿਤਾ ਨਾਲ ਬਣਦੀ ਨਹੀਂ ਸੀ। ਮੈਂ ਕੱਲ ਵੀ ਕਿਹਾ ਸੀ, ਪਰਸੋਂ ਵੀ, ਕਿ ਜਿਹੜੇ ਮਹਾਂਪੁਰਖ ਹੁੰਦੇ ਨੇ ਉਹਨਾਂ ਦੀ ਪਰਿਵਾਰ ਨਾਲ ਸੰਸਾਰ ਨਾਲ ਬਹੁਤੀ ਬਣਦੀ ਨਹੀਂ ਹੈ, ਜੋੜ ਨਹੀਂ ਕਦੇ ਆਉਂਦਾ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਉੱਥੇ ਅੰਮ੍ਰਿਤ ਵੇਲਾ ਸੰਭਾਲਦੇ ਨੇ ਤੇ ਦਾਤਨ ਕਰਦੇ ਨੇ, ਤੇ ਉਹ ਦਾਤਨ ਮੁੜ ਕੇ ਹਰੀ ਹੋ ਜਾਂਦੀ ਆ। ਉੱਥੇ ਫਲਾਹੀ ਦਾ ਰੁੱਖ ਵਾ। ਵੱਡੇ ਅੰਮ੍ਰਿਤ ਵੇਲੇ ਗੁਰੂ ਨਾਨਕ ਸਾਹਿਬ ਨੇ ਉੱਥੇ ਰੱਬੀ ਯਾਦ ਵਿੱਚ ਜੁੜ ਕੇ ਗੁਜ਼ਾਰਿਆ ਸਮਾਂ।
ਤੇ ਦਿਨ ਚੜ੍ਹਿਆ ਤੇ ਆਖਿਆ ਗਿਆ ਵੀ ਹੁਣ ਸ਼ਾਹਾ ਲੱਗਣ ਗਲਾਏ। ਉਹ ਜਿਹੜਾ ਸਮਾਂ ਸੀ ਉਹ ਆ ਗਿਆ ਵੀ ਇਸ ਸਮੇਂ ਫੇਰੇ ਕੀਤੇ ਜਾਣਗੇ। ਤੇ ਲਾੜੇ ਨੂੰ ਸੱਦਿਆ ਗਿਆ ਵੀ ਆਓ ਹੁਣ ਫੇਰੇ ਹੋਣ ਲੱਗੇ ਆ। ਤੇ ਫੇਰੇ ਜਿਹੜੀ ਹੋਣੇ ਸੀ ਹਿੰਦੂ ਰਹੁ ਰੀਤਾਂ ਮੁਤਾਬਕ ਹੀ ਹੋਣੇ ਸੀ ਨਾ, ਕਿਉਂਕਿ ਉਹਨਾਂ ਦਾ ਪਿਤਾ ਹਿੰਦੂ ਹੈ ਬੇਦੀ। ਆ ਜਿਹੜਾ ਹੁਣ ਰੌਲਾ ਪੈ ਗਿਆ ਨਾ ਉਹ ਇਕਬਾਲ ਸਿੰਘ ਵਾਲਾ ਤੇ ਜਾਂ ਮੋਦੀ ਵਾਲਾ, ਵੀ ਇਹ ਇਕਬਾਲ ਸਿੰਘ ਨੇ ਬਹੁਤ ਗਲਤ ਕਹਿ ਦਿੱਤਾ। ਭਾਈ ਉਹ ਇਕਬਾਲ ਸਿੰਘ ਨੇ ਨਹੀਂ ਕਿਹਾ, ਉਹਦੇ 'ਚ ਇਕਬਾਲ ਸਿੰਘ ਪਟਨੇ ਵਾਲਾ ਦੋਸ਼ੀ ਨਹੀਂ ਹੈ। ਸਾਰੀ ਕੌਮ ਨੇ ਉਹਦੀ ਬੇਇੱਜ਼ਤੀ ਕਰਕੇ ਰੱਖ ਦਿੱਤੀ। ਚਲੋ ਹੈ ਤੇ ਇਸੇ ਯੋਗ ਸੀ ਉਹ ਵੀ ਵਿਅਕਤੀ, ਪਰ ਉਹਨੇ ਕਿਉਂ ਕਿਹਾ, ਮੋਦੀ ਨੇ ਕਿਉਂ ਕਿਹਾ ਵੀ ਰਮਾਇਣ ਗੁਰੂ ਗੋਬਿੰਦ ਸਿੰਘ ਨੇ ਲਿਖੀ ਆ? ਇਕਬਾਲ ਸਿੰਘ ਨੇ ਕਿਉਂ ਕਿਹਾ ਕਿ ਅਸੀਂ ਲਵ ਕੁਸ਼ ਦੀ ਅੰਸ਼ ਵਾਂ? ਤੇ ਤੁਹਾਡੇ ਗ੍ਰੰਥਾਂ 'ਚ ਸਿੱਖੋ ਲਿਖਿਆ, ਤੇ ਤਾਂ ਹੀ ਉਹਨੇ ਕਿਹਾ ਸੀ ਮੋਦੀ ਨੇ ਵੀ ਇਹ ਰਮਾਇਣ ਲਿਖੀ ਹੈ, ਤੁਸੀਂ ਲਿਖ ਕੇ ਰੱਖੀ ਆ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ, ਪ੍ਰਕਾਸ਼ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਉਸੇ ਰਮਾਇਣ ਦਾ। ਤੇ ਜੇ ਮੋਦੀ ਨੇ ਕਹਿ ਦਿੱਤਾ, ਜੇ ਇਕਬਾਲ ਸਿੰਘ ਨੇ ਕਹਿ ਦਿੱਤਾ ਵੀ ਅਸੀਂ ਲਵ ਕੁਸ਼ ਦੀ ਅੰਸ਼ ਵਾਂ, ਤੇ ਸਾਨੂੰ ਬੜੀਆਂ ਮਿਰਚਾਂ ਲੱਗੀਆਂ। ਤੇ ਜਿਸ ਗ੍ਰੰਥ ਵਿੱਚ ਇਹ ਲਿਖਿਆ ਅਸੀਂ ਲਵ ਕੁਸ਼ ਦੀ ਅੰਸ਼ ਵਾਂ, ਉਹ ਗੁਰੂ ਗ੍ਰੰਥ ਦੇ ਬਰਾਬਰ ਰੱਖ ਕੇ ਰਮਾਲਾ ਪਾ ਕੇ ਚੌਰ ਸਾਹਿਬ ਕਰਕੇ ਹੁਕਮਨਾਮਾ ਲਿਆ ਜਾਂਦਾ। ਉਹਨਾਂ ਉੱਤੇ ਇਤਰਾਜ਼ ਨਹੀਂ ਜਿਹੜੇ ਰੋਜ਼ ਹੁਕਮਨਾਮਾ ਲੈਂਦੇ ਨੇ। ਪਟਨਾ ਸਾਹਿਬ ਇਹਦਾ ਪ੍ਰਕਾਸ਼ ਹੈ, ਹਜੂਰ ਸਾਹਿਬ ਇਸੇ ਗ੍ਰੰਥ ਦਾ ਪ੍ਰਕਾਸ਼ ਹੈ। ਹੁਕਮਨਾਮਾ ਲਿਆ ਜਾਂਦਾ ਇਹਦੇ ਇਸੇ ਗ੍ਰੰਥ ਵਿੱਚੋਂ, ਜਿਸ ਗ੍ਰੰਥ ਦਾ ਹਵਾਲਾ ਇਕਬਾਲ ਸਿੰਘ ਨੇ ਦਿੱਤਾ। ਆਂਦੇ ਨਾ ਕਿ ਮਾੜੇ ਤੇ ਜ਼ੋਰ ਚੱਲਦਾ, ਤੇ ਜਿਹੜੇ ਆ ਸੰਪਰਦਾਈ ਲੋਕ ਉਸ ਗ੍ਰੰਥ ਨੂੰ ਬੜਾ ਪ੍ਰਮੋਟ ਕਰਦੇ ਨੇ। ਇਹਨਾਂ ਦੇ ਉਲਟ ਬੋਲੋ, ਹਾਂ ਇਹਨਾਂ ਦੇ ਉਲਟ ਨਹੀਂ ਬੋਲਣਾ, ਇਕਬਾਲ ਸਿੰਘ ਦੇ ਉਲਟ ਸਾਰੇ ਬੋਲ ਪਏ। ਤਾਂ ਮੈਂ ਕਹਿ ਰਿਹਾ ਸੀ ਕਿ ਜਦੋਂ ਹੁਣ ਸਵੇਰ ਹੋਈ ਆ, ਰਾਤ ਬਰਾਤ ਠਹਿਰੀ ਹੋਈ ਆ, ਗੁਰੂ ਨਾਨਕ ਸਾਹਿਬ ਅੰਮ੍ਰਿਤ ਵੇਲੇ ਪਰਾਂ ਜਾ ਕੇ ਅੰਮ੍ਰਿਤ ਵੇਲਾ ਸਾਂਭਦੇ ਨੇ, ਰੱਬੀ ਯਾਦ ਵਿੱਚ ਜੁੜਦੇ ਨੇ, ਤੇ ਸਮਾਂ ਆ ਗਿਆ ਫੇਰਿਆਂ ਦਾ। ਲਾੜੇ ਨੂੰ ਸੱਦਿਆ ਗਿਆ ਤੇ ਫੇਰੇ ਹੋਣੇ ਸੀ। ਗਿੱਜਣਾ ਕਬੀਰ ਨੇ ਕਿਹਾ ਨਾ ਵੀ ਉਹ ਤਨ ਰਹਿਣੀ ਮਨ ਪੁਨਰਪ ਕਰ ਹੋ ਪਾਂਚੋਂ ਤਤ ਬਰਾਤੀ, ਰਾਮ ਰਾਏ ਸੋ ਭਾਵਰ ਲੈ ਹੋ ਆਤਮ ਤੇ ਰੰਗ ਰਾਤੀ। ਨਾਵ ਕਵਲ ਮੇ ਬੇਦੀ ਰਚਲੇ ਬ੍ਰਹਮ ਗਿਆਨ ਉਚਾਰਾ, ਰਾਮ ਰਾਏ ਸੋ ਦੁੱਲੋ ਪਾਇਓ ਅਸ ਵੱਡ ਭਾਗ ਹਮਾਰਾ। ਹੁਣ ਬੇਦੀ ਰਚੀ ਗਈ, ਅੱਗ ਦੇ ਦੁਆਲੇ ਲਾਵਾਂ ਫੇਰੇ ਹੋਣੇ ਨੇ। ਅੱਜ ਵੀ ਉਹ ਸੰਪਰਦਾਈ ਲੋਕ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਅੱਗ ਰੱਖ ਕੇ, ਉਹ ਨਾਮਧਾਰੀ ਸੰਪਰਦਾ ਲੋਕ ਜਿਹੜੇ ਨੇ ਉਹ ਅਜੇ ਵੀ ਅੱਗ ਦੇ ਦੁਆਲੇ ਫੇਰੇ ਲੈਂਦੇ ਨੇ। ਉੱਦਾਂ ਬੜੇ ਅਸੀਂ ਸਿੱਖ ਤੱਕ ਵੱਡੇ ਹਾਂ ਜੀ, ਉਹ ਅੱਗ ਦੇ ਦੁਆਲੇ ਤੁਸੀਂ ਫੇਰੇ ਲਈ ਜਾਂਦੇ ਹੋ, ਤੇ ਸੇ ਵੀ ਤੁਸੀਂ ਸਿੱਖ ਹੋਣ ਦਾ ਦਾਵਾ ਵੀ ਕਰੀ ਜਾਂਦੇ ਹੋ। ਕੈਸੀਆਂ ਬਾਤਾਂ। ਉਹ ਕਿਸੇ ਨੇ ਲਿਖਿਆ ਨਾ ਵੀ ਹੈ ਕਿਆ ਮਿਲੀਏ ਐਸੇ ਲੋਗਣ ਸਿਉ ਜਿਨ ਕੀ ਫਿਤਰਤ ਛੁਪੀ ਰਹੇ। ਇਹਨਾਂ ਲੋਕਾਂ ਦੇ ਨਾਲ ਕੀ ਸੰਗ ਕਰੀਏ, ਇਹ ਕਿੱਧਰ ਦੇ ਸਿੱਖ ਨੇ। ਕਿਆ ਮਿਲੀਏ ਐਸੇ ਲੋਗਣ ਸਿਉ ਜਿਨ ਕੀ ਫਿਤਰਤ ਛੁਪੀ ਰਹੇ। ਫਿਤਰਤ ਮੈਂਦੇ ਨੇ ਸੁਭਾਅ, ਅਸਲੀ ਚਿਹਰਾ ਮਨੁੱਖ ਦਾ ਛੁਪਿਆ ਰਹਿੰਦਾ। ਕਿਆ ਮਿਲੀਏ ਐਸੇ ਲੋਗਣ ਸਿਉ ਜਿਨ ਕੀ ਫਿਤਰਤ ਛੁਪੀ ਰਹੇ, ਨਕਲੀ ਚਿਹਰਾ ਸਾਹਮਣੇ ਆਵੇ ਤੇ ਅਸਲੀ ਸੂਰਤ ਲੁਕੀ ਰਹੇ। ਇਹਨਾਂ ਦੀਆਂ ਨਕਲੀ ਸੂਰਤਾਂ ਸਾਡੇ ਸਾਹਮਣੇ ਆ। ਇਕਬਾਲ ਸਿੰਘ ਹੋ ਗਿਆ ਜਾਂ ਨਾਮਧਾਰੀ ਹੋ ਗਏ, ਇਹ ਨਕਲੀ ਸ਼ਕਲਾਂ ਸਾਨੂੰ ਦਿਖਾਉਂਦੇ ਨੇ, ਅਸਲੀ ਇਹਨਾਂ ਦੀਆਂ ਸੂਰਤਾਂ ਛਿਪੀਆਂ ਹੋਈਆਂ ਨੇ। ਕਦੀ ਕਦੀ ਜ਼ਾਹਰ ਹੋ ਜਾਂਦੀਆਂ ਨੇ, ਕਦੀ ਕਦੀ ਕਿੰਨਾ ਕੁ ਚਿਰ ਛੁਪਾ ਕੇ ਕੋ ਰੱਖ ਲੂਗਾ। ਉਹ ਫਿਰ ਜਦੋਂ ਬੇਦੀ ਤਿਆਰ ਕੀਤੀ ਗਈ ਤੇ ਲਾੜੇ ਨੂੰ ਸੱਦਿਆ ਗਿਆ, ਤੇ ਗੁਰੂ ਨਾਨਕ ਸਾਹਿਬ ਆ ਗਏ ਨੇ ਤੇ ਕਹਿਣ ਲੱਗੇ ਵੀ ਸਮਾਂ ਆ ਗਿਆ। ਸਾਹਿਬ ਕਹਿੰਦੇ ਕੀ ਹੋਣ ਲੱਗਾ ਹੈ? ਕਹਿੰਦੇ ਇਹਦੇ ਦਿਵਾਲੇ ਤੁਹਾਨੂੰ ਫੇਰੇ ਲੈਣੇ ਪੈਣੇ ਨੇ। ਮੈਂ ਉਹ ਇਤਿਹਾਸ ਪੜ੍ਹ ਰਿਹਾ ਸੀ, ਗਿਆਨੀ ਕਵੀ ਸੰਤੋਖ ਸਿੰਘ ਦਾ ਇੱਕ ਗੁਰਪ੍ਰਤਾਪ ਸੂਰਜ ਗ੍ਰੰਥ ਹੈ, ਬੜਾ ਵੱਡਾ ਗ੍ਰੰਥ ਹੈ। ਉਹਦੇ ਵਿੱਚ ਉਹਨਾਂ ਨੇ ਲਿਖਿਆ ਵੀ ਗੁਰੂ ਨਾਨਕ ਸਾਹਿਬ ਨੇ ਆਪਣੀ ਬੇਦੀ ਦੁਆਰੇ ਫੇਰੇ ਲਏ ਨੇ।
ਬਾਕੀ ਸਭ ਕੁਝ ਤਾਂ ਉਹਨੂੰ ਪਤਾ, ਇਸ ਚੀਜ਼ ਦਾ ਨਹੀਂ ਪਤਾ ਵੀ ਬਾਬੇ ਨੇ ਫੇਰੇ ਨਹੀਂ ਲਏ ਬੇਦੀ ਦੁਆਰੇ। ਉਹ ਬੇਦੀ ਰਚੀ ਗਈ। ਅੱਗੇ ਚੱਲ ਕੇ ਖੁਲਾਸਾ ਕਰ ਲੈਂਦੇ ਥੋੜਾ ਜਿਹਾ ਇਹਦਾ। ਵੇ ਗੁਰੂ ਨਾਨਕ ਸਾਹਿਬ ਲੱਗੇ ਕੀ ਇਹ ਅੱਗ ਬਾਲ ਕੇ ਕੀ ਕਰਨ ਲੱਗੇ ਹੋ? ਕਹਿਣ ਲੱਗੇ ਇੱਥੇ ਮੰਤਰ ਪੜ੍ਹੇ ਜਾਣਗੇ ਤੇ ਤੁਹਾਨੂੰ 7 ਫੇਰੇ ਲੈਣੇ ਪੈਣੇ ਇਸ ਅੱਗ ਦੇ ਦੁਆਲੇ। ਇਹ ਤੁਹਾਡਾ ਇਸ਼ਟ ਵਾ, ਕਿਉਂਕਿ ਇਸ਼ਟ ਅੱਗ ਨੂੰ ਇਸ਼ਟ ਜਾਣ ਕੇ ਤੇ ਫੇਰੇ ਲੈ ਕੇ ਤੇ ਆਪਣਾ ਅਸੀਂ ਕਾਰਜ ਕਰਦੇ ਹਾਂ, ਆਨੰਦ ਕਾਰਜ ਵਿਆਹ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮੈਂ ਅੱਗ ਦਾ ਪੁਜਾਰੀ ਨਹੀਂ ਹਾਂ, ਮੇਰਾ ਇਸ਼ਟ ਕੋਈ ਅੱਗ ਨਹੀਂ ਹੈ, ਮੈਂ ਇਹਦੇ ਦੁਆਲੇ ਫੇਰੇ ਨਹੀਂ ਲਊਂਗਾ। ਜਿਸ ਤਰ੍ਹਾਂ ਕਹਿਣ ਲੱਗੇ ਨਾ ਵੀ ਮੈਂ ਜਨੇਊ ਨੂੰ ਪਾਊਂਗਾ, ਤੇ ਇਥੇ ਹੁਣ ਕਹਿਣ ਲੱਗੇ ਮੈਂ ਫੇਰੇ ਨਹੀਂ ਲੈਣੇ। ਵੇਖੋ ਹੁਣ ਐਡਾ ਆਡੰਬਰ ਰਚਿਆ ਗਿਆ ਹੋਵੇ, ਜੰਝ ਬੈਠੀ ਹੋਵੇ, ਜਾਂਜੀ ਮਾਂਜੀ ਦੋਵੇਂ ਬੈਠੇ ਹੋਣ ਤੇ ਪੰਡਤ ਬੈਠਾ ਹੋਵੇ ਤੇ ਸਮਾਂ ਆ ਗਿਆ ਹੋਵੇ ਫੇਰੇ ਲੈਣ ਦਾ ਤੇ ਲਾੜਾ ਹੀ ਆਕੀ ਹੋ ਜੇ, ਤੇ ਉਹ ਸਮਾਂ ਕਿਸ ਤਰ੍ਹਾਂ ਦਾ ਬਣਿਆ ਹੋਊਗਾ ਉਸ ਸਮੇਂ। ਇਹ ਗੱਲ ਤਾਂ ਕਹਿ ਲੈਣੀ ਸੌਖੀ, ਪਰ ਉਹ ਸਮਾਂ ਕਿਸ ਤਰ੍ਹਾਂ ਦਾ ਹੋਊਗਾ ਜਦੋਂ ਲਾੜੀ ਵੀ ਆ ਗਈ ਹੋਊਗੀ ਤੇ ਲਾੜਾ ਆਖੂ ਮੈਂ ਫੇਰੇ ਨਹੀਂ ਲੈਣੇ। ਤੇ ਸਾਰਾ ਕੋੜਮਾ ਬਾਬੇ ਤੋਂ ਨਾਰਾਜ਼ ਹੋ ਗਿਆ। ਕਹਿਣ ਲੱਗੇ ਕਿਉਂ ਨਹੀਂ ਲੈਣੇ ਫੇਰੇ? ਕਹਿਣ ਲੱਗੇ ਮੈਂ ਅੱਗ ਦਾ ਪੁਜਾਰੀ ਨਹੀਂ ਹੈ, ਮੈਂ ਅੱਗ ਦੇ ਦੁਆਲੇ, ਮੈਂ ਰੱਬ ਦਾ ਪੁਜਾਰੀ, ਮੈਂ ਅੱਗ ਦਾ ਪੁਜਾਰੀ ਕਿਸ ਤਰ੍ਹਾਂ ਹੋ ਜਾਊਗਾ? ਸਮਾਂ ਸਾਹ ਦਾ ਟਲ ਗਿਆ, ਫੇਰੇ ਹੋਏ ਨਾ। ਫੇਰੇ ਤੇ ਹੋਣੇ ਸੀ ਅੱਗ ਦੁਆਲੇ, ਬਾਬਾ ਜੀ ਅੜੀ ਕਰ ਗਏ ਤੇ ਸਾਰਾ ਅੰਸ ਬੰਸ ਦੁਖੀ ਹੋ ਗਿਆ। ਤੇ ਕਹਿਣ ਲੱਗੇ ਤੁਸੀਂ ਕਿਹਦੇ ਦੁਆਲੇ ਫੇਰੇ ਲੈਣ? ਕਹਿੰਦੇ ਮੈਂ ਇੱਕ ਰੱਬ ਨੂੰ ਮੰਨਦਾ ਤੇ ਮੈਂ ਤੇ ਰੱਬ ਦੁਆਲੇ ਫੇਰੇ ਲੈਣੇ ਆ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿਹੜਾ ਰੱਬ ਹੈ? ਉੱਥੇ ਇਤਿਹਾਸ ਬੋਲਦਾ ਹੈ, ਬਹੁਤਾ ਨਹੀਂ ਥੋੜਾ ਜਿਹਾ ਬੋਲਦਾ, ਵੀ ਗੁਰੂ ਨਾਨਕ ਸਾਹਿਬ ਨੇ ਮੂਲ ਮੰਤਰ ਲਿਖ ਕੇ ਨਾ ਤੇ ਚੌਂਕੀ ਉੱਤੇ ਰੱਖ ਦਿੱਤਾ। ਕਹਿਣ ਲੱਗੇ ਵੀ ਇਹ ਮੈਂ ਮੂਲ ਮੰਤਰ ਦੁਆਲੇ ਤੇ ਫੇਰੇ ਲੈ ਸਕਦਾ, ਮੈਂ ਤੁਹਾਡੀ ਆ ਜਿਹੜੀ ਵੇਦੀ ਰਚੀ ਹੋਈ ਇਹਦੇ ਦੁਆਲੇ ਫੇਰੇ ਨਹੀਂ ਲੈ ਸਕਦਾ। ਤੇ ਇਹ ਹੁਣ ਸਦੀਆਂ ਤੋਂ ਚੱਲੀ ਆ ਰਹੀ ਪਰੰਪਰਾ ਨੂੰ ਚੋਟ ਮਾਰਨੀ, ਇਹ ਕੰਮ ਸੌਖਾ ਨਹੀਂ, ਇਹ ਕੰਮ ਸਸਤਾ ਨਹੀਂ ਸੀ ਬਾਬੇ ਨਾਨਕ ਨੂੰ ਪੈਣਾ। ਬੜਾ ਮਹਿੰਗਾ ਪੈਂਦੇ ਇਹੋ ਜਿਹੇ ਕੰਮ ਜਦੋਂ ਕਦੀ ਹੁੰਦੇ ਨੇ ਕਦੀ ਕਦੀ। ਕਹਿਣ ਲੱਗੇ ਮੈਂ ਰੱਬ ਦਾ ਪੁਜਾਰੀ, ਅੱਗ ਦਾ ਪੁਜਾਰੀ ਨਹੀਂ ਹੈ। ਤੇ ਗੁਰੂ ਨਾਨਕ ਸਾਹਿਬ ਨੇ ਮੂਲ ਮੰਤਰ ਲਿਖ ਕੇ ਕਹਿੰਦੇ ਉਹ ਫਟੋ ਚੌਂਕੀ ਉੱਤੇ ਰੱਖਤਾ। ਤੇ ਹੁਣ ਜਿਹੜੇ ਕਹਿੰਦੇ ਨੇ ਵਹੀ ਨਦੀ ਵਿੱਚ ਚੁੱਭੀ ਮਾਰ ਕੇ ਜਾ ਕੇ ਉੱਥੋਂ ਲੈ ਕੇ ਆਏ ਸੱਚਖੰਡ, ਉਹਨੂੰ ਪੁੱਛੋ ਵਹੀ ਨਦੀ ਤੋਂ ਪਹਿਲਾਂ ਤੇ ਉਹਨਾਂ ਦਾ ਵਿਆਹ ਹੋ ਚੁੱਕਾ, ਮੂਲ ਮੰਤਰ ਤੋਂ ਪਹਿਲਾਂ ਹੀ ਲਿਖ ਚੁੱਕੇ ਨੇ। ਇਹ ਐਸੀਆਂ ਸਾਖੀਆਂ ਕੌਮ ਨੂੰ ਭਰਮਾਉਣ ਵਾਸਤੇ ਸੁਣਾਈਆਂ ਜਾਂਦੀਆਂ ਨੇ। ਵਿਆਹ ਵਹੀ ਨਦੀ ਦੀ ਸਾਖੀ ਹੋਣ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦਾ ਪਹਿਲਾਂ ਵਿਆਹ ਹੋਇਆ ਵਾ, ਤੇ ਉੱਥੇ ਮੂਲ ਮੰਤਰ ਉਹਨਾਂ ਨੇ ਉਚਾਰਨ ਕੀਤਾ ਹੋਇਆ, ਲਿਖਿਆ ਹੋਇਆ ਵਾ। ਉਹ ਫਿਰ ਕਹਿੰਦੇ ਵੀ ਹੁਣ ਕਰਨਾ ਕੀ ਆ? ਜੇ ਲਾੜੇ ਦੀ ਨਾ ਮੰਨੀ ਤੇ ਬਰਾਤ ਉਸ ਤਰ੍ਹਾਂ ਮੁੜਨੀ ਪਊ, ਤੇ ਧੀ ਵਾਲਿਆਂ ਦੀ ਬੇਇੱਜ਼ਤੀ ਹੈ ਤੇ ਦੂਜੇ ਪਰਿਵਾਰ ਦੀ ਵੀ ਬੇਇੱਜ਼ਤੀ ਆ। ਵੇਖੋ ਹੁਣ ਜੇ ਕੋਈ ਲਾੜਾ ਵਿਆਹੁਣ ਜਾਵੇ ਤੇ ਖਾਲੀ ਆ ਜਾਵੇ ਤੇ ਕਿੰਨੀ ਵੱਡੀ ਨਮੋਸ਼ੀ ਆ, ਤੇ ਕੁੜੀ ਸੱਜ ਧੱਜ ਕੇ ਬੈਠੀ ਹੋਵੇ, ਉਹਦੇ ਫੇਰੇ ਨਾ ਹੋਣ ਤੇ ਧੀ ਵਾਲਿਆਂ ਦੀ ਕਿੰਨੀ ਬੇਇੱਜ਼ਤੀ ਆ। ਦੋਵਾਂ ਕੋੜਮਿਆਂ ਨੇ ਸੋਚਿਆ ਵੀ ਵੱਡੀ ਬੇਇੱਜ਼ਤੀ ਆ, ਸਾਡੀ ਇੱਜ਼ਤ ਦਾ ਸਵਾਲ ਹੈ। ਕਹਿਣ ਲੱਗੇ ਫਿਰ ਜੋ ਲਾੜਾ ਕਹਿੰਦਾ ਮੰਨ ਲਓ ਫਿਰ ਇਸ ਦੀ, ਤੇ ਫੇਰੇ ਕਰ ਦਿਓ ਫਿਰ। ਉਹ ਕਹਿੰਦੇ ਫਿਰ ਗੁਰੂ ਨਾਨਕ ਸਾਹਿਬ ਨੇ ਉਸ ਮੂਲ ਮੰਤਰ ਦੁਆਰੇ ਫੇਰੇ ਲਏ। ਇਹ ਹੁਣ ਫੇਰੇ ਹਾਸੇ ਵਾਲੇ ਨਹੀਂ, ਰੋਣ ਵਾਲੇ ਫੇਰੇ ਨੇ। ਕੋੜਮਾ ਸਾਰਾ ਹੀ ਨਾਰਾਜ਼ ਹੈ, ਸਹੁਰਾ ਪਰਿਵਾਰ ਵੀ ਤੇ ਪੇਕਾ ਪਰਿਵਾਰ ਵੀ ਸਹਿਮਤ ਨਹੀਂ ਇਸ ਫੇਰਿਆਂ ਦੇ ਨਾਲ। ਉਹਨਾਂ ਆਖਿਆ ਕੋਈ ਗੱਲ ਨਹੀਂ, ਫੇਰੇ ਹੋ ਗਏ। ਫਿਰ ਬਰਾਤ ਆਪਣੇ ਥਾਂ ਤੇ ਬਹਿ ਗਈ ਤੇ ਕਹਿੰਦੇ ਨੇ ਫਿਰ ਇੱਕ ਮੰਜਾ ਢਾ ਦਿੱਤਾ। ਜਦ ਕੱਲ ਲਾੜੇ ਨੂੰ ਬਿਠਾਉਂਦੇ ਹੁੰਦੇ ਸੀ ਪਲੰਘ ਉੱਤੇ ਬਿਠਾਉਣਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਹੁਣ ਖਤਮ ਕਰਨ ਦੀਆਂ ਸੋਚਾਂ ਸੋਚੀਆਂ ਗਈਆਂ ਉਸ ਮੂਲ ਚੰਦ ਖੱਤਰੀ ਦੇ ਪਰਿਵਾਰ ਵੱਲੋਂ। ਤੇ ਮੈਂ ਕੱਲ ਵੀ ਕਹਿ ਰਿਹਾ ਸੀ ਇਹ ਗੁਰੂ ਨਾਨਕ ਦੇ ਨਿਰਮਲ ਪੰਥ ਉੱਤੇ ਪਹਿਲਾ ਅਟੈਕ ਹੋਇਆ ਹੈ।
कदी बंबां दे हुंदे ने, कदी किस तरह दे हुंदे। कंध दा अटैक वा, कंध सुੱਟ के बाबे नूं खत्म कर दिओ। गुरु नानक साहिब नूं एक टट्ठी जी होई कंध उत्ते, गली जी कंध दे लागे मंजा ढा दिता। गुरु नानक साहिब बह गए ते पिछले पासे बंदे खिलार दिते गए भी कंध सुੱਟ के इत्थे इहनूं खत्म करो। हुण जे बाबे उत्ते पत्थर नहीं डिग सकदा, बाबे उत्ते पहाड़ नहीं डिग सकदा, जादूगरनियां ने गुरु तेग बहादुर उत्ते रुख पुट पुट के सुट्टे। धन गुरु तेग बहादुर कहंदे कुछ नहीं होण लगा ते एक छोटी जी कंध बाबे उत्ते डिग जूगी। कहंदे ने फिर वो जदों वो कंध डेग रहे सी ते लागे कोठे ते माई सी, उन्हें रौली पा दी भी कोई लाड़े नूं उठण वास्ते कहा भी तुहाडे ते कंध सुੱਟ देण लगे। ते गुरु नानक साहिब कह लगे माई रौली ना पा, ये कंध नहीं डिगनी इन्हां दे कोलों। चलो हुण कल ते अज कल दे वो जिहड़े हुण मेला मनाउंदे ना बाबे दा पुरब, बहुतिआं ने पीती हुंदी आ, कोई तो पिंडों ही पी के जाते ने। बाबे दे विआह दे नहीं पीनी तो कदों पीनी आ भाई, ये भी गल नाल वा। एडे वड्डे बाबे दा विआह होवे ते जिहड़े बराती जाण हुण ते शराब ना पीण, ये किवें हो सकदा? काहदा विआह वा? बहुते तो हुण जिहड़े पुरब मनाउंदे आ ना बाबे दा विआह पुरब, पिंडों पी के जाते ने। ते मैनूं किसे ने दस्सिया, बटाले वाले सज्जण किसे ने, भी उस दिन ठेकिਆਂ ਦੇ ਸਾਹਮਣੇ ਲੈਣਾ ਲੱਗੀਆਂ ਹੁੰਦੀਆਂ। ਅੱਜ ਬਾਬੇ ਦਾ ਵਿਆਹ ਵਾ, ਹਰ ਇੱਕ ਨੇ ਪੀਣੀ ਆ। ਹੁਣ ਜਿਨ੍ਹਾਂ ਨੇ ਪੀਤੀ ਹੋਵੇ ਤੇ ਉਹਨਾਂ ਅੱਗੇ ਛੋਟੀ ਜੀ ਕੰਧ ਕੀ ਮਹਿਣਾ ਰਖਾਉਂਦੀ, ਉਸ ਇਹਨਾਂ ਸੁੱਟ ਦੇਣੀ ਹੁਣ ਤੇ ਉਹਨਾਂ ਕੋਲ ਤਾਂ ਡਿੱਗੀ ਨਹੀਂ, ਇਹ ਬਿਨਾਂ ਪੀਤੀ ਹੁੰਦੀ ਆ ਬਹੁਤਿਆਂ ਨੇ। ਖੈਰ ਰੱਬ ਨਾ ਹੀ ਇੱਦਾਂ ਕਰੇ। ਉਹ ਗੁਰੂ ਨਾਨਕ ਸਾਹਿਬ ਨੂੰ ਜਦੋਂ ਮਾਈ ਨੇ ਰੌਲਾ ਪਾਇਆ ਵੀ ਕੰਧ ਸੁੱਟ ਦੇਣ ਲੱਗੇ ਤੇਰੇ ਉੱਤੇ, गुरु नानक साहब कह लगे माई ये डिगड़ी नहीं है। ला लैंदे इन्हां नूं जोर किन्ना खिलाउंदे ने। ते ओ जिहड़ी माई सी वो भंडारी जात विचों सी ते जिहड़ा मूल चंद सी वो चौणे जात विचों सी। ते गुरु नानक साहब कह लगे चौणे चुणे जाणगे ते भंडारी भरे रहणगे। ये वर देता आख्या ये जिहड़े सुੱਟਣ वाले ने ये चुने जाणगे ते भंडारी भरे रहणगे। वो उन्हां दा जिहड़ा उन्हां दा दास ही नहीं चलिया, कंध नहीं सुੱਟ सके गुरु नानक साहब उत्ते। ते समा वो भी आ गया जदों डोली तोड़ दित्ती गई गुरु नानक सच्चे पातशाह महाराज दी। माता सलखणी दे फेरे हो गए ते गुरु नानक साहब हो सकदा भी वो डोली लेके अपने जद्दी पिंड गए होण। जद्दी पिंड उन्हां दा पिठे विंडवा फतेगा अपने गोंदवाल साहब दे लागे। ये पुरानी एक परंपरा हुंदी सी कि 12 13 14 साल दे विच विआह बच्ची ते बच्चे दा कर मुंडे मुंडी कुड़ी दा कर दिंदे सी विआह, पर मुड़ के 6-6 साल 5-5 साल फिर अपना मकलावा नहीं सी तुरदा हुंदा। अज विआह होया वा, कल नूं लड़की ने वापस आ जाना वा ते 5 साल 7 साल 6 साल मुड़ के सहुरे नहीं जाना। हुण ते इक्के दिन सब कुछ मकलावे भी ते सब कुछ हो जाता। हुण ते मुकलावे का पता अर्थ की हुंदा है? एक हुंदा विआह, जिद्दां गुरु नानक सब ना सहुरे वंजना सब मुकलावण हार। मुकलावे का अर्थ हुंदा भी हुण तेरा सब कुछ मुक गया इत्थों, हुण विआह होया ना तो तू वापस आ गई आ। ते 5 सालां बाद फिर मकलावा तोड़ दिता जांदा सी। ते मकलावे का अर्थ हुंदा भी हुण तेरा पेके घर विचों सब कुछ मुक गया, तेरा माता पिता भी उत्थे आ, हुण तेरा घर भी उत्थे आ, तेरा जन्म मरण सब हुण उत्थे ही आ। इत्थों तेरा सब कुछ मुक गया, तेरा मुकलावा हो गया वा। तो मैं अगे भी कह रहा सी एक दिन भी अज दियां धीआं भैणां जिहड़ियां वा ये पिछे दा ख्याल बहुत करदियां ने, जिहदा करके परिवारां विच लड़ाइयां झगड़े हो रहे ने।
ਤੇ ਬਹੁਤੀਆਂ ਭੈਣਾਂ ਤੇ ਡੈਣਾ ਬਣ ਗਈਆਂ, ਭਰਾਵਾਂ ਦੀਆਂ ਜ਼ਮੀਨਾਂ ਜਾਇਦਾਦਾਂ ਹੜਪਣ ਦੀਆਂ ਨੇ। ਇਹ ਪੁਰਾਣੀਆਂ ਪਰੰਪਰਾਵਾਂ ਸਾਰੀਆਂ ਖਤਮ ਹੋ ਗਈਆਂ। ਉਹ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅੱਜ ਬਰਾਤ ਲੈ ਕੇ ਵਾਪਸ ਜਾਂਦੇ ਨੇ ਤੇ ਅਗਲੇ ਦਿਨ ਡੋਲੀ ਵਾਪਸ ਆ ਜਾਂਦੀ ਆ। ਤੇ ਮੁੜ ਕੇ ਉਹ ਸਮੇਂ ਹਜੇ ਗੁਰੂ ਨਾਨਕ ਸਾਹਿਬ ਕੋਈ ਉੱਥੇ ਸੁਲਤਾਨਪੁਰ ਨੌਕਰੀ ਨਹੀਂ ਸੀ ਕਰਦੇ। ਇਹ ਜਦੋਂ ਵਿਆਹ ਤੋਂ ਬਾਅਦਾਂ ਫਿਰ ਗੁਰੂ ਨਾਨਕ ਸਾਹਿਬ ਨੂੰ ਉੱਥੇ ਨੌਕਰੀ ਤੇ ਲਗਾ ਦਿੱਤਾ ਜਾਂਦਾ ਮੋਦੀ ਖਾਨੇ। ਹੋ ਸਕਦਾ ਕਿ ਮਕਲਾਵਾ ਲੈਣ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਲੋਧੀ ਤੋਂ ਆਏ ਹੁਣ, ਵਿਆਹੁਣ ਨਹੀਂ ਆਏ ਉੱਥੋਂ, ਵਿਆਹੁਣ ਆਪਣੇ ਪਿੰਡੋਂ ਹੀ ਆਏ ਆਓ। ਭੈਣ ਦੇ ਪਿੰਡੋਂ ਜੰਝਾਂ ਨਹੀਂ ਚੜ੍ਹਦੀਆਂ ਆਉਂਦੀਆਂ, ਪਰ ਇਹਨਾਂ ਨੇ ਹੁਣ ਉਹ ਪਖੰਡ ਜਿਹਾ ਰਚ ਲਿਆ, ਉੱਥੋਂ ਲੈ ਕੇ ਆਉਂਦੇ ਨੇ ਬਰਾਤ ਸੁਲਤਾਨਪੁਰ ਲੋਧੀ ਤੋਂ ਜੀ। ਤੇ ਖੈਰ ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ 5 ਸਾਲਾਂ ਬਾਅਦਾਂ ਫਿਰ ਆਪਣਾ ਇਹ ਮਕਲਾਵਾ ਲੈਣ ਵਾਸਤੇ ਆਉਂਦੇ ਨੇ, ਫਿਰ ਬਟਾਲੇ ਦੀ ਧਰਤੀ ਤੇ ਆਉਂਦੇ ਨੇ। ਤੇ ਫਿਰ ਗੁਰੂ ਨਾਨਕ ਸਾਹਿਬ ਆਪਣੀ ਧਰਮ ਪਤਨੀ ਨੂੰ ਲੈ ਕੇ ਆਪਣੇ ਭੈਣ ਦੇ ਕੋਲ ਚਲ ਜਾਂਦੇ ਨੇ, ਜਿੱਥੇ ਨੌਕਰੀ ਕਰਦੇ ਹੁੰਦੇ ਨੇ। ਤੇ 6 ਸਾਲਾਂ ਬਾਅਦਾਂ ਉਹਨਾਂ ਦੇ ਘਰ ਫਿਰ ਇੱਕ ਔਲਾਦ ਪੈਦਾ ਹੋਈ। ਵਿਆਹ ਤੋਂ ਬਾਅਦ 6 ਸਾਲਾਂ ਬਾਅਦਾਂ, ਜਾਨੀ ਕਿ 5 ਸਾਲਾਂ ਬਾਅਦ ਤੇ ਮਕਲਾਵਾ ਤੁਰਿਆ, ਤੇ 6 ਸਾਲਾਂ ਬਾਅਦਾਂ ਫਿਰ ਗੁਰੂ ਨਾਨਕ ਸਾਹਿਬ ਦੇ ਘਰ ਔਲਾਦ ਇੱਕ ਹੋਈ ਤੇ ਉਹਦਾ ਨਾਂ ਰੱਖਿਆ ਗਿਆ ਬਾਬਾ ਸ਼੍ਰੀ ਚੰਦ ਜੀ। ਤੇ ਇਹ ਬਾਬਾ ਸ਼੍ਰੀ ਚੰਦ ਦਾ ਜਨਮ ਜਿਹੜਾ ਹੁੰਦਾ ਵਾ 1494 ਚ, ਤੇ ਵਿਆਹ ਗੁਰੂ ਨਾਨਕ ਸਾਹਿਬ ਦਾ ਹੁੰਦਾ ਵਾ 1487-86 ਦੇ ਵਿੱਚ। 3 ਸਾਲਾਂ ਬਾਅਦਾਂ ਫਿਰ ਗੁਰੂ ਨਾਨਕ ਸਾਹਿਬ ਦੇ ਘਰ ਇੱਕ ਪੁੱਤ ਪੈਦਾ ਹੁੰਦਾ ਹੈ, ਜਾਨੀ ਕਿ 1497 ਦੇ ਵਿੱਚ ਉਹਦਾ ਨਾਮ ਰੱਖਿਆ ਜਾਂਦਾ ਲਖਮੀ ਦਾਸ। ਤੇ 2 ਸਾਲਾਂ ਬਾਅਦਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਆ ਭਾਈ ਅਸੀਂ ਹੁਣ ਹੱਟ ਛੱਡ ਦਿੱਤਾ ਗੁਰੂ ਨਾਨਕ ਸਾਹਿਬ ਨੇ ਉੱਥੋਂ ਦਾ, ਤੇ ਉਦਾਸੀ ਬਾਣਾ ਧਾਰਨ ਕਰ ਲਿਆ। ਤੇ ਇਹ ਧਾਰਨ ਕੀਤਾ ਹੈ 1499 ਨੂੰ ਵਿਸਾਖੀ ਵਾਲੇ ਦਿਨ। ਛੋਟੇ ਛੋਟੇ ਬੱਚੇ ਆ, ਤੇ ਜਿਸ ਦਿਨ ਪਹਿਲੇ ਦਿਨ ਸਹੁਰਾ ਮਿਲਣ ਗਿਆ ਸੁਲਤਾਨਪੁਰ ਲੋਧੀ ਆਪਣੀ ਧੀ ਨੂੰ, ਤੇ ਧੀ ਨੇ ਬੜੇ ਗਿਰਵੇ ਸ਼ਿਕਵੇ ਕੀਤੇ, ਕਹਿਣ ਲੱਗੀ ਤੁਸੀਂ ਮੈਨੂੰ ਕਿੱਥੇ ਡੋਬ ਦਿੱਤਾ, ਕਿੱਥੇ ਵਿਆਹ ਦਿੱਤਾ, ਇਹ ਤੇ ਘਰ ਨਹੀਂ ਆਉਂਦਾ, ਪਤਾ ਨਹੀਂ ਕਿੱਧਰ ਨੂੰ ਤੁਰ ਜਾਂਦਾ, ਸਾਦਾ ਮਹਾਤਮਾ ਦੇ ਨਾਲ ਰਹਿੰਦਾ, ਨਾ ਕਦੀ ਕੋਈ ਕਮਾਈ ਲਿਆਣ ਕੇ ਮੇਰੇ ਹੱਥ ਤੇ ਰੱਖੀ ਆ, ਮੈਨੂੰ ਤਾਂ ਪਤਾ ਹੀ ਕੋਈ ਨਹੀਂ ਕੀ ਕਰਦਾ ਫਿਰਦਾ ਹੈ। ਧੀ ਆਪਣੇ ਬਾਪ ਦੇ ਗਲ ਲਾ ਕੇ ਰੋਈ ਹੈ, ਕਿੱਥੇ ਤੁਸੀਂ ਵਿਆਹ ਦਿੱਤਾ। ਇਹ ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਜਦੋਂ ਬਾਬਾ ਲਖਮੀ ਦਾਸ ਦਾ ਵੀ ਜਨਮ ਹੋ ਜਾਂਦਾ, ਫਿਰ 2 ਸਾਲਾਂ ਬਾਅਦਾਂ 1499 ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਬਾਬੇ ਭੇਖ ਬਣਾਇਆ। ਇਹ ਜਿਹੜੇ ਕਹਿੰਦੇ ਨਾ ਗ੍ਰਸਤ ਧਰਮ ਪ੍ਰਧਾਨ ਵਾਂ, ਤੁਸੀਂ ਵੀ ਉਹ ਕੰਮ ਕਰੋ। ਹਾਂ, ਤੁਸੀਂ ਤੇ ਪੁੱਤ ਪੜਪੋਤਿਆਂ ਦੇ ਵਿੱਚ ਫਸੇ ਹੋਏ ਤੇ ਉਹਨਾਂ ਦੇ ਬਾਰੇ ਸੋਚ ਰਹੇ ਤੇ ਆਪਣੇ ਆਪ ਤੇ ਲੇਬਲ ਲਾ ਰਹੇ ਪਏ ਅਸੀਂ ਗ੍ਰਸਤੀਆਂ ਦੇ ਬੜੇ ਪ੍ਰਧਾਨ ਵਾਂ, ਅਸੀਂ ਸਾਡਾ ਧਰਮ ਗ੍ਰਸਤੀਆਂ ਦਾ ਬੜਾ ਪ੍ਰਧਾਨ ਧਰਮ ਹੈ। ਇਹ ਤੁਕ ਭਾਈ ਗੁਰਦਾਸ ਨੇ ਲਿਖੀ ਹੋਈ ਹੈ ਨਾ, ਵੀ ਸਗਲ ਧਰਮ ਹੈ ਗ੍ਰਸਤ ਧਰਮ ਪ੍ਰਧਾਨ ਹੈ। ਤੇ ਭਾਈ ਗੁਰਦਾਸ ਜੀ ਆਪ ਗ੍ਰਸਤੀ ਨਹੀਂ ਸਨ, ਭਾਈ ਗੁਰਦਾਸ ਨੇ ਆ ਗ੍ਰਸਤ ਧਰਮ ਨਹੀਂ ਧਾਰਨ ਕੀਤਾ। ਤੇ ਗੱਲਾਂ ਅਸੀਂ ਕਿਹਨਾਂ ਦੀਆਂ ਕਰਨੇ ਤੇ ਕਰਦੇ ਕੀ ਫਿਰਦੇ ਆ। ਛੋਟੇ ਛੋਟੇ ਬੱਚੇ ਨੇ ਤੇ ਗੁਰੂ ਨਾਨਕ ਸਾਹਿਬ ਨੇ ਉਦਾਸੀਆਂ ਵਾਲਾ ਬਾਣਾ ਪਾ ਲਿਆ। ਤੇ ਜਦੋਂ ਤੁਰਨ ਲੱਗੇ ਤੇ ਕਹਿੰਦੇ ਗੁਰੂ ਨਾਨਕ ਸਾਹਿਬ ਨੂੰ ਦੋਵੇਂ ਪੋਤਾਂ ਨੇ ਫੜ ਲਿਆ, ਲੱਤਾਂ ਨੂੰ ਚਿੰਬੜ ਗਏ ਕਿ ਕਿੱਥੇ ਜਾਣਾ। ਕਹਿਣ ਲੱਗੇ ਅਸੀਂ ਯਾਤਰਾ ਤੇ ਚੱਲੇ ਹੋਏ ਆ ਤੇ ਫਿਰ ਵਾਪਸ ਆ ਜਾਵਾਂਗੇ। ਕੈਸੀ ਤੜਫ। ਅੱਗੇ ਵੀ ਕੋਈ ਕਹਿ ਰਿਹਾ ਸੀ, ਕੋਈ ਮਹਾਂਪੁਰਖ ਨੂੰ ਕਿਸੇ ਨੇ ਪੁੱਛਿਆ ਵੀ ਜਦੋਂ ਕੋਈ ਬੰਦਾ ਸਾਧਨਾ ਵਿੱਚ ਸੁਪੰਨ ਹੋ ਜਾਂਦਾ ਹੈ, ਪਰਮਾਤਮਾ ਨਾਲ ਮਿਲਣ ਹੋ ਜਾਂਦਾ ਹੈ, ਤੇ ਉਸ ਤੋਂ ਬਾਅਦ ਕੀ ਹੁੰਦਾ ਫਿਰ। ਜਿੱਦਾਂ ਇੱਕ ਬਚਨ ਆਉਂਦਾ ਨਾ ਗੁਰੂ ਕੀ ਬਾਣੀ ਦਾ, ਆਇਓ ਕੀ ਨਾ ਆਇਆ ਕਿਉਂ ਆਵਤ ਜਾਤਾ। ਅਗਰ ਪ੍ਰਮਾਤਮਾ ਹਿਰਦੇ ਵਿੱਚ ਆ ਗਿਆ, ਪ੍ਰਮਾਤਮਾ ਸਾਖਾਤ ਹੋ ਗਿਆ ਵਾ, ਪ੍ਰਮਾਤਮਾ ਪ੍ਰਗਟ ਹੋ ਗਿਆ ਵਾ, ਪ੍ਰਮਾਤਮਾ ਦਾ ਮਿਲਣ ਹੋ ਗਿਆ ਵਾ, ਆਇਓ ਕੀ ਨਾ ਆਇਆ, ਪਿੱਛੇ ਹੁਣ ਕੀ ਰਹਿ ਗਿਆ ਵਾ। ਅਗਰ ਪ੍ਰਮਾਤਮਾ ਹੀ ਮਿਲ ਗਿਆ ਹੈ, ਸੱਚ ਹੀ ਪ੍ਰਾਪਤ ਹੋ ਗਿਆ, ਤੇ
ਹੁਣ ਕੀ ਚੀਜ਼ ਜਿਹੜੀ ਇਹ ਪ੍ਰਾਪਤ ਹੋਣ ਵਾਲੀ ਰਹਿ ਗਈ ਆ? ਕੁਛ ਵੀ ਨਹੀਂ। ਅਗਰ ਪਰਮਾਤਮਾ ਹੀ ਪ੍ਰਾਪਤ ਹੋ ਗਿਆ ਤੇ ਪਰਮਾਤਮਾ ਤੋਂ ਪਰੇ ਕੋਈ ਚੀਜ਼ ਹੀ ਨਹੀਂ ਹੈ। ਤੇ ਕਿਸੇ ਮਹਾਂਪੁਰਖ ਨੇ ਪੁੱਛਿਆ ਵੀ ਜਦੋਂ ਕੋਈ ਬੰਦਾ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ ਤੇ ਉਸ ਤੋਂ ਬਾਅਦ ਕੀ ਹੁੰਦਾ ਹੈ? ਉਹ ਵਿਹਲਾ ਹੋ ਜਾਂਦਾ ਹੈ। ਉਹਨੇ ਆਖਿਆ ਉਹਦੇ ਵਿੱਚ ਦੋ ਕਿਸਮ ਦੇ ਆਉਂਦੇ ਨੇ ਲੋਕ ਜਿਹੜੇ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦੇ ਨੇ। ਇੱਕ ਤਾਂ ਮੇਰੀ ਛੁਪੇ ਰਹਿਣ ਦੀ ਚਾਹ, ਚੁੱਪ ਵੇ ਅੜਿਆ ਚੁੱਪ, ਬੋਲਣ ਪੀ ਨਾ ਜਾ। ਇੱਕ ਤੇ ਲੁਕ ਜਾਂਦੇ ਨੇ, ਛੁਪ ਜਾਂਦੇ ਨੇ ਪਾ ਕੇ ਉਸ ਨੂੰ। ਜਿਨ ਹਰ ਪਾਇਓ ਤਿਨੇ ਛਿਪਾਇਓ, ਸੋਈ ਅਜਾਨ ਕਹੇ ਮੈਂ ਜਾਨਾ, ਜਾਨਣ ਹਾਰ ਨਿਸ਼ਾਨਾ ਰੇ। ਇੱਕ ਤੇ ਪਾ ਕੇ ਲੁਕ ਗਏ, ਛਿਪ ਗਏ, ਦੱਸਿਆ ਹੀ ਨਹੀਂ ਉਹਨਾਂ ਕਿਸੇ ਨੂੰ। ਤੇ ਦੂਸਰੇ ਜਦੋਂ ਪਾ ਲਿਆ ਤੇ ਜਦੋਂ ਕਹਿੰਦੇ ਨੇ ਜਦੋਂ ਆਕਾਸ਼ ਵਿੱਚ ਬੱਦਲ ਪਾਣੀ ਨਾਲ ਭਰ ਜਾਂਦੇ ਨੇ ਫਿਰ ਵਰਸਦੇ ਨੇ। ਉਹ ਲੋਕ ਜਦੋਂ ਪਾ ਲੈਂਦੇ ਨੇ ਪਰਮਾਤਮਾ ਨੂੰ, ਉਸ ਤੋਂ ਬਾਅਦ ਕੀ ਹੁੰਦਾ ਹੈ? ਪਹਿਲਾਂ ਤੇ ਪਾਉਣ ਵਾਸਤੇ ਘਾਲਣਾ ਘਾਲਦੇ ਨੇ, ਤੇ ਜਦੋਂ ਪ੍ਰਾਪਤ ਕਰ ਲੈਂਦੇ ਨੇ ਹੁਣ ਜੋ ਪਾਇਆ ਨਾ ਉਸ ਨੂੰ ਵੰਡਣ ਵਾਸਤੇ ਘਾਲਣਾ ਘਾਲਣੀ ਪੈਂਦੀ ਹੈ। ਭਾਈ ਗੁਰਦਾਸ ਨੇ ਜਿਹੜਾ ਲਿਖਿਆ ਨਾ ਕਿ ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਹਿਲਾਂ ਉਹਦੀ ਬਖਸ਼ਿਸ਼ ਪਾਉਣ ਵਾਸਤੇ ਘਾਲਣਾ ਘਾਲੀ ਤੇ ਮਿਲ ਗਿਆ। ਪਿੱਛੋਂ ਦੇ ਫਿਰ ਘਾਲ ਕਮਾਈ, ਪਾਉਣ ਤੋਂ ਬਾਅਦਾਂ ਵੀ ਇੱਕ ਲੋਕ ਘਾਲਣਾ ਘਾਲਦੇ ਨੇ। ਆ ਰੇਤ ਆਕ ਆਹਾਰ ਕਰ, ਰੋੜਾਂ ਕੀ ਗੁਰ ਕਰੀ ਵਿਛਾਈ। ਪਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸੋਂ ਬਣ ਆਈ। ਬਾਬਾ ਪੈਂਦਾ ਸੱਚਖੰਡ, ਨੌ ਨਿਤ ਨਾਮ ਗਰੀਬੀ ਪਾਈ। ਇੱਥੋਂ ਤੱਕ ਤੇ ਜੋ ਪਾ ਲਿਆ, ਅੱਗੇ ਕੀ ਆ? ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਥਮੀ ਦਿਸ ਆਈ। ਤੁਸੀਂ ਕਿਤੇ ਖਲੋਤੇ ਹੋ ਸੜਕ ਤੇ, ਚੌਂਕ ਤੇ, ਸ਼ਹਿਰ ਦੇ ਬਾਹਰ ਕਿਤੇ ਖਲੋਤੇ ਹੋ, ਉੱਥੇ ਕਿਤੇ ਅੱਗ ਲੱਗ ਜਾਵੇ ਕਿਸੇ ਚੀਜ਼ ਨੂੰ, ਤੁਸੀਂ ਲਾਗੇ ਖਲੋਤੇ ਹੋ ਤੇ ਤੁਹਾਡੀ ਕੋਸ਼ਿਸ਼ ਹੁੰਦੀ ਤੇ ਕੋਈ ਮਿੱਟੀ ਪਾ ਕੇ, ਕੋਈ ਪਾਣੀ ਪਾ ਕੇ ਕਿਸੇ ਤਰੀਕੇ ਨਾਲ ਮੈਂ ਅੱਗ ਬੁਝਾ ਦਿਆਂ। ਹਰ ਵਿਅਕਤੀ ਦੀ ਕੋਸ਼ਿਸ਼ ਹੁੰਦੀ ਹੈ ਕਿ ਅੱਗ ਲੱਗੀ ਛੇਤੀ ਛੇਤੀ ਬੁਝਾਓ। ਤੇ ਰੱਬ ਨੂੰ ਪਾਉਣ ਤੋਂ ਬਾਅਦ ਜਦੋਂ ਗੁਰੂ ਨਾਨਕ ਸਾਹਿਬ ਧਿਆਨ ਵਿੱਚ ਬਹਿੰਦੇ ਨੇ ਤੇ ਕੀ ਵੇਖਦੇ ਨੇ? ਬਾਬਾ ਦੇਖੇ ਧਿਆਨ ਧਰ। ਵਾਹ ਜੀ ਵਾਹ। ਬਾਬੇ ਅੱਜ ਦੇ ਵੀ ਵੇਖਦੇ ਨੇ ਧਿਆਨ ਧਰ ਕੇ ਵੀ ਕਿਹਦੀ ਜ਼ਮੀਨ ਕਿੱਥੇ ਕਿੰਨੀ ਹੈ ਤੇ ਕਿਸ ਤਰ੍ਹਾਂ ਹੜਪਣੀ ਹੈ। ਬਾਬੇ ਹੁਣ ਵੀ ਗੁਫਾ 'ਚ ਬੈਠ ਕੇ ਧਿਆਨ ਧਰਦੇ ਹੀ ਨੇ, ਐਸੀ ਕੋਈ ਬਾਤ ਨਹੀਂ ਹੈ। ਇੱਕ ਬਾਬੇ ਨੇ ਧਿਆਨ ਧਰ ਕੇ ਵੇਖਿਆ, ਜਲੰਧਰ ਲਾਗੇ ਬਾਬਾ ਵਾਓ ਗੜੇ ਰਹਿੰਦਾ, ਗੜੇ। ਉਹਨੇ ਧਿਆਨ ਧਰ ਕੇ ਵੇਖਿਆ ਵੀ ਉਹ ਕਿਸੇ ਚੇਲੇ ਨੇ ਦੱਸਿਆ ਵੀ ਉਹ ਜਿਹੜਾ ਪਿੰਡ ਮੈਂ ਨਾਂ ਨਹੀਂ ਲੈਣਾ ਉਹਦਾ ਹੁਣ ਕਿ ਬੰਦਾ ਫੜਿਆ ਜਾਂਦਾ। ਫਿਰ ਉਸ ਪਿੰਡ ਦੇ ਗੁਰਦੁਆਰੇ ਦੀ 12 ਕਿੱਲੇ ਜ਼ਮੀਨ ਵਾ, ਬਾਬੇ ਨੂੰ ਕਿਸੇ ਨੇ ਦੱਸ ਦਿੱਤਾ ਤੇ ਬਾਬੇ ਨੇ ਧਿਆਨ ਲਾ ਲਿਆ ਗੁਫਾ 'ਚੋਂ ਬਹਿ ਕੇ। ਬਾਬਾ ਦੇਖੇ ਧਿਆਨ ਧਰ ਵੀ ਜ਼ਮੀਨ ਕਿਵੇਂ ਹੜਪਣੀ ਆ ਹੁਣ, ਤੇ ਬਾਬਾ ਉਸ ਪਿੰਡ ਵਿੱਚ ਆ ਗਿਆ। ਇਹ ਹੋਈ ਗੱਲ ਆ, ਮੇਰੇ ਸਾਹਮਣੇ ਹੋਈ, ਮੈਂ ਦੱਸਣ ਲੱਗਾ ਤਾਂ ਨਹੀਂ, ਇਹ 2004 ਦੀ ਗੱਲ ਵਾ। ਬਾਬੇ ਨੇ ਆਣ ਕੇ ਆਖਿਆ ਵੀ ਤੁਹਾਡਾ ਇਲਾਕਾ ਬੜਾ ਪਛੜਿਆ ਹੋਇਆ ਤੇ ਮੈਂ ਇੱਥੇ ਤੁਹਾਨੂੰ ਹਸਪਤਾਲ ਤੇ ਕੋਈ ਵੱਡੀਆਂ ਵੱਡੀਆਂ ਚੀਜ਼ਾਂ ਬਣਾ ਕੇ ਦੇਣਾ ਚਾਹਣਾ ਤੇ ਤੁਸੀਂ ਮੈਨੂੰ ਜ਼ਮੀਨ ਦੇ ਦਿਓ ਇਹ ਗੁਰਦੁਆਰੇ ਦੀ 12 ਕਿੱਲੇ। ਤੇ ਮੈਂ ਕਮੇਟੀ ਨੂੰ ਆਖਿਆ, ਮੈਂ ਕਿਹਾ ਉਹ ਠੱਗ ਜੇ ਬਾਬਾ, ਇਹ ਸੱਜਣ ਠੱਗ ਨੂੰ ਵੀ ਇਹਦੀ ਠੱਗੀ ਮਾਤ ਪਾਉਂਦੀ ਜੇ, ਇਹਨੂੰ ਗੁਰਦੁਆਰੇ ਜ਼ਮੀਨ ਨਾ ਦੇ ਦਿਓ, ਬਾਬੇ ਨੇ ਠੱਗ ਕੇ ਲੈ ਜਾਣਾ ਜੇ। ਉਹ ਜਿੱਦਾਂ ਉਹ ਕੋਈ ਦੱਸਣ ਦਾ ਕੋਈ ਮਹਾਂਪੁਰਖ ਸੀ, ਪਿੰਡ 'ਚ ਕਿਤੇ ਰਹਿੰਦੇ ਸੀ ਉਦਾਸੀ ਮਹਾਤਮਾ, ਉਹ ਚੜ੍ਹਾਈ ਕਰ ਗਏ। ਮੁੜ ਕੇ ਸਾਲ 6 ਮਹੀਨੇ ਬਾਅਦ ਉਹਨਾਂ ਕੋਈ ਚੇਲਾ ਆਇਆ ਹਰਿਦੁਆਰੋਂ, ਤੇ ਉਹ ਪਤਾ ਲੱਗਾ ਵੀ ਬਾਬਾ ਜੀ ਚੜ੍ਹਾਈ ਕਰ ਗਏ। ਤੇ ਪਿੰਡ ਵਾਲਿਆਂ ਨੂੰ ਕਹਿੰਦਾ ਵੀ ਮੈਂ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਪਾਉਣਾ, ਅੱਜ ਤੋਂ 35-40 ਸਾਲ ਪੁਰਾਣੀ ਗੱਲ ਵਾ ਇਹ, ਤੇ ਮੈਂ ਇੰਨੇ ਪੈਸੇ ਲੈ ਕੇ ਆਇਆ ਤੇ ਮਹਾਂਪੁਰਖਾਂ ਦੀ ਯਾਦ ਆਪਾਂ ਇੱਥੇ ਬਣਾ ਦੇਣੀ ਆ, ਤੇ ਜੋ ਤੁਸੀਂ ਗਰਾਹੀ ਦੇਣੀ ਦੇ ਦਿਓ। ਉਹ ਸਾਰੇ ਪਿੰਡ ਨੇ ਗਰਾਹੀ ਇਕੱਠੀ ਕਰਕੇ ਦੇ ਦਿੱਤੀ ਤੇ ਉਹ ਜਿਹੜਾ ਗੁਰਦੁਆਰੇ ਦੀ ਕਮੇਟੀ ਸੀ ਉਹਨੂੰ ਕਹਿੰਦੇ ਤੁਹਾਡੇ ਕੋਲ ਜਿਹੜੇ ਖਾਤੇ 'ਚ ਪੈਸੇ ਉਹ ਵੀ ਦੇ ਦਿਓ ਤੇ ਮੈਂ ਯਾਦਗਾਰ ਬਣਾ ਦੇਣੀ ਆ। ਕਦੀ ਕਿਸੇ ਭੱਠੇ ਤੇ ਜਾਵੇ ਇੱਟਾਂ ਵੇਖਣ,
एक दिन कहता भी मैं हुण चलिया पठानकोट ते वधिया बजरी रेता लेके आउणी आ। पैसे तो सारे गराई इकट्ठी कर ली पिंड चों। वो 45 साल हो गए बाबा जी रेता लेके नहीं आया ट्रक दी ਉਹਦਾ ट्रक नहीं आया अजे तक बाबे का बजरी वाला। वो सारी गराई इकट्ठी करके लै गया। बाबा देखे ध्यान धर। वो मैं क्या वो ठग जे इन्हूं जमीना गुरुद्वारे दे देने ठग के लै जाना जे तुहानूं। ये बाबे इस तरह वेंदे गुफा च बह के भी किधर नूं कहानी तोड़नी है। वो मैं कह रहा सी पाउण तो बाद फिर मुशक्कत करनी पैंदी आ। जिहड़ा पाया वा इनूं वंडना वा हुण ते हुण घर बैठिया तो वंडिया नहीं सी जाना। सुल्तानपुर लोधी च बैठिया ते जे सुल्तानपुर लोधी बैठे रहिंदे ते किवें गोरख मता नानक मता हुंदा कि किवें आंदे सिद्ध बोलन शुभ बचन धन नानक तेरी वड्डी कमाई। वड्डा पुरख प्रगटिया कलयुग अंदर जोत जगाई। मक्के विच किवें झंडा बाबे नानक दा भाई गुरदास ने लिखिया है तरी निशानी कौस की मक्के अंदर पूज कराई। वो किवें होनी सी। सुल्तानपुर लोधी बैठा तो होनी नहीं सी वो गल। वो फिर भाई गुरदास जी लेंदे बाबा देखे ध्यान धर। जदों पा लिया ना सच नूं ते हुण अगला जिहड़ी स्टैप अवस्था वा वो पाए नूं वंडना है। ते जलती सब प्रथमी दिस आई। ते गुरु नानक साहब नूं वेख्या भी गुरु नानक साहब ने वेख्या भी दुनिया ते सड़ भुजण दी सारी। ते बाबे भेख बनाया छड़ दित्ती। बाबे ने हट्टी छड़ दिता। बाबे ने परिवार मैं कल भी किसी ने मखौलीआ तौर पर कह रहा सी भी जदों गुरु नानक साहब मक्के नूं तुर गए तो उन्हां दा परिवार फिर कित्थे रहा। मैं कहा बाबा मक्के ते घर दी पेके। वो माता जी माता सलखणी जी पेके आ गए अपने भरावां दे कोल आ गए। पक्खों के रंधावे रहन लग पे। जब बाबा ही चल गया मक्के तो फिर घर दी पेके जाना ही हुंदा। वो फिर बाबा देखे बाजों गुरु गुबार है कर दी सुनी लकाई। बाबे भेख बनाया उदासी की रीत चलाई। उस सुल्तानपुर लोधी तो गुरु नानक सच्चे पातशाह ने वो जड़ा ज्ञान परमात्मा को मिलिया होया सी सच सी वो वंडण वास्ते फिर वो परिवार छड़ दिता। वो घर बार छड़ दिते। वो कारोबार छड़ दिते। वो नौकरियां छड़ दित्तियां। वो सुल्तानपुर साहिब की धरती तो गुरु नानक सच्चे पातशाह सच का होका देने वास्ते फिर तुर पैंदे ने। ये सी गुरु नानक साहिब की जीवन गाथा भाई। वो उन्होंने जो किस तरह के नाल गृहस्थ का ये फसे नहीं विआह करा के भी नहीं फसे। हो नरलेप रहे भावे विआह हो भी गया बच्चे हो भी गए पर इन्हां विच फसे नहीं हो नरलेप रह के। इनू कहते ने गृहस्थ धर्म। हुण गृहस्थ गृहस्थवा धर्म है ही कोई नहीं साडे कोल। साहब किरपा करन सच्चे पातशाह विआह हुआ मेरे बाबला गुरमुखे हर पाया। एक वो विआह वा जिहड़ा गुरु करा दिंदा साडा परमात्मा दे नाल। एक शरीरक विआह भी आ एक मौत नाल भी साडा विआह हुंदा है। ते साहब किरपा करन सच्चे पातशाह ये पहली चोट सी धरती उत्ते भी मैं कोई अग दा पुजारी नहीं आ। मैं अग दे दुआले फेरे नहीं लैणे मैं रब दे दुआले फेरे लैणे ने। वो फिर उन्हां दी याद विच गुरुद्वारा कंध साहिब आ बटाले। एक उत्थे कोई डेरा साहिब भी गुरुद्वारा सच्चे पातशाह रहमतां बख्शां करन भाई। ये रौ रीतियां संसार दियां करनियां ही पैंदियां ने हुंदियां ही आईयां ने। कई साडे पिछे जे मैनूं कहण लगा बाबा जी सेहरा नहीं बन्नना चाहिदा मुंडे नूं। मैं गुरु गोबिंद सिंह ने जिथे सेहरा बंदा सी उत्थे गुरुद्वारा सेहरा साहिब वा। जे गुरुआं दे स्थान हैगे ने जिथे उन्होंने सेहरे बद्धे ने कलगियां लाइयां ने ते तुहानूं सेहरे बन्नदियां कलगी लाउंदियां की होंदे है। जी यह पिछे जे रीत चला दी 1990-91 दे विच भी 11 बराती जाणगे 12वां बराती जिहड़ा जाऊगा असीं कुटांगे। ये गुंडागर्दी का राज तुसीं शुरू कर दिता इस धरती उत्ते। तुसीं बरातियां नूं कुटिया कित्थे गए कुटण वाले। हुण बरात कोई कुटण वाली चीज़ हुंदी भाई। जिस बरात का इन्ना मान सन्मान होवे ते तुसीं वो बरातां ही कुटण लग पे।
12 ਬੰਦੇ ਜਾਣਗੇ ਤੇ ਅਸੀਂ ਕੁੱਟ ਦਿਆਂਗੇ। ਕੁੱਟੇ ਵੀ ਇਹਨਾਂ ਨੇ। ਤੇ ਮੈਂ ਉਹਨਾਂ ਲੋਕਾਂ ਨੂੰ ਸਵਾਲ ਕਰਦਾ ਹੁੰਨਾ, ਜਿੱਦਣ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਿਆਹਣ ਗਏ ਸੀ ਉਹ 11 ਬੰਦੇ ਲੈ ਕੇ ਗਏ ਸੀ। ਗੁਰੂ ਗੋਬਿੰਦ ਸਿੰਘ ਨੇ ਆਖਿਆ ਇੱਥੇ ਇੱਕ ਸ਼ਹਿਰ ਵਸਾਓ, ਬਾਜ਼ਾਰ ਵਸਾਓ, ਵਧੀਆ ਵਧੀਆ ਦੁਕਾਨਾਂ ਪਾਓ, ਹਾਥੀਆਂ ਤੇ ਘੋੜਿਆਂ ਤੇ ਨਗਾਰੇ ਲੈ ਕੇ, ਫੌਜਾਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਵਿਆਹਣ ਗਏ ਤੇ ਤੁਸੀਂ ਉਸ ਦੇ ਸਿੱਖ ਹੋ ਕੇ ਤੁਸੀਂ 11 ਬਰਾਤੀਆਂ ਦੀ ਐਲਾਨ ਕਰ ਦਿੱਤਾ। ਇਹ ਤੁਹਾਡੇ ਪਤਨ ਦੀਆਂ ਨਿਸ਼ਾਨੀਆਂ ਹੋ ਗਈਆਂ। ਇਹ ਤੁਹਾਡਾ ਪਤਨ ਸ਼ੁਰੂ ਹੋ ਦਿੱਤਾ ਜਦੋਂ ਤੁਸੀਂ ਹਰ ਵਰਗ ਨੂੰ ਗੁਲਾਮ ਕਰਨਾ ਸ਼ੁਰੂ ਕਰ ਦਿੱਤਾ। ਉਹ ਲੋਕਾਂ ਦੀ ਕੋਈ ਖੁਸ਼ੀ ਗਮੀ ਦੇ ਮੋਹ ਵਿੱਚ ਇਹ ਖੁਸ਼ੀ ਦਾ ਮੌਕਾ ਹੁੰਦਾ ਹੈ, ਕਦੀ ਜ਼ਿੰਦਗੀ ਵਿੱਚ ਇੱਕ ਵਾਰੀ ਮਿਲਣਾ, ਲੋਕਾਂ ਨੂੰ ਕਰ ਲੈਣ ਦਿਓ, ਖੁਸ਼ੀਆਂ ਪਾ ਲੈਣ ਦਿਓ, ਭੰਗੜੇ ਸ਼ੰਗੜੇ ਨੱਚ ਟੱਪਣ ਲੈਣ ਦਿਓ। ਤੁਸੀਂ ਹਰ ਵਰਗ ਨੂੰ ਤੁਸੀਂ ਗੁਲਾਮ ਬਣਾਉਣਾ ਚਾਹੁੰਦੇ ਸੋ। ਆਪਣਾ ਹੱਥੀਂ ਆਪਣੀ ਆਪ ਉਜਾੜੋ ਪੱਟੇ। ਜਿਨ੍ਹਾਂ ਨੂੰ ਕੋਈ ਘਰ ਦੇ ਵੀ ਨਹੀਂ ਪੁੱਛਦੇ ਉਹ ਇਹੋ ਜਿਹੇ ਹੁਕਮਨਾਮੇ ਜਾਰੀ ਕਰਨ ਲੱਗ ਪਏ ਵੀ 11 ਬਰਾਤੀ ਜਾਣ, 12ਵਾਂ ਕੋਈ ਬਰਾਤੀ ਨਾ ਜਾਵੇ। ਇਹ ਗੁੰਡਾਗਰਦੀ ਨਹੀਂ ਤੇ ਹੋਰ ਕੀ ਸੀ? ਇਹ ਕੀਤੀ ਇਹਨਾਂ ਨੇ ਗੁੰਡਾਗਰਦੀ, ਉਹਦਾ ਅੰਤ ਹੋ ਗਿਆ ਫਿਰ ਗੁੰਡਾਗਰਦੀ ਦਾ। ਉਹ ਲੋਕਾਂ ਦੇ 4 ਭੈਣਾਂ ਨੇ, 4 ਭਰਾ ਨੇ, ਮਾਸੀਆਂ, ਚਾਚੀਆਂ, ਤਾਈਆਂ, 50 ਬੰਦੇ ਤੇ ਆਪਣੇ ਘਰ ਦੇ ਹੀ ਬਣ ਜਾਂਦੇ ਤੇ ਤੁਸੀਂ ਐਲਾਨ ਕਰ ਦਿੱਤਾ ਵੀ 11 ਹੀ ਬਰਾਤੀ ਜਾਣੇ ਨੇ, 12ਵਾਂ ਜਾਣਾ ਹੀ ਨਹੀਂਗਾ। ਇਹ ਕਿਸ ਨੇ ਤੁਹਾਨੂੰ ਕਿਹਾ ਸੀ? ਇਹ ਕਿਹੜੇ ਗੁਰੂ ਦੀ ਮਰਜ਼ਾਦਾ ਹੈ? ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਾਧੂ ਮਹਾਤਮਾ ਕਿੰਨੇ ਲੈ ਕੇ ਗਏ ਜਿੱਦਣ ਮਊ ਪਿੰਡ ਵਿਆਹਣ ਗਏ ਸੀ। ਜੰਝ ਦਾ ਮਤਲਬ ਨਹੀਂ ਹੁੰਦਾ, ਬਹੁਤ ਲੋਕਾਂ ਦਾ ਜਿੱਥੇ ਇਕੱਠ ਹੋਵੇ ਨਾ ਉਹਨੂੰ ਅਸੀਂ ਜੰਝ ਬੋਲਦੇ ਹਾਂ, ਤੇ ਜੰਝ ਨੂੰ ਤੁਸੀਂ ਮਕਾਨ ਵਿੱਚ ਬਦਲ ਦਿੱਤਾ। ਮੋਇਆ ਦੀ ਮਕਾਨ ਹੋ ਗਈ 11 ਬੰਦੇ। ਇਹ ਕੈਸੀਆਂ ਮਰਜ਼ਾਦਾਂ ਸੀ? ਕੋਈ ਸਿਆਣਪ ਨਹੀਂ ਵਰਤੀ ਗਈ, ਕੋਈ ਸਿਆਣਾ ਬੰਦਾ ਨਹੀਂ ਸੀ। ਧੱਕੇ ਜੋਰੀਆਂ ਕਰਨ ਲੱਗ ਪਏ। ਕੁਛ ਦਿਨਾਂ ਵਿੱਚ ਉਹਨਾਂ ਚੀਜ਼ਾਂ ਦਾ ਅੰਤ ਹੋ ਗਿਆ, ਕਿਉਂਕਿ ਅੰਤ ਹੋਣਾ ਹੀ ਹੋਣਾ ਸੀ ਇਸ ਚੀਜ਼ ਦਾ। ਤੁਸੀਂ ਹਰ ਵਰਗ ਨੂੰ ਗੁਲਾਮ ਕਰਨ ਲੱਗ ਪਏ, ਹਰ ਵਰਗ ਉੱਤੇ ਆਪਣਾ ਹੁਕਮ ਚਲਾਉਣ ਲੱਗ ਪਏ। ਇਹ ਖੁਸ਼ੀਆਂ ਦੇ ਮੌਕੇ ਨੇ। ਘਰਾਂ ਵਿੱਚ ਲੋਕੀ ਟੀਵੀ ਨਾ ਲਾਉਣ, ਜਿਨ੍ਹਾਂ ਦੇ ਘਰਾਂ ਉੱਤੇ ਐਂਟੀਨਾ ਲੱਗਾ ਹੁੰਦਾ ਸੀ, ਇਹ ਜਾ ਕੇ ਉੱਥੇ ਬੰਦੇ ਕੁੱਟ ਦਿੰਦੇ ਹੁੰਦੇ ਸੀ। ਤੇ ਜੇ ਇਹਨਾਂ ਦਾ ਸਮਾਂ ਆ ਜਾਂਦਾ ਤੇ ਆ ਫੋਨ, ਪੰਜਾਬ 'ਚ ਫੋਨ ਇਹਨਾਂ ਵਿਕਣ ਨਹੀਂ ਦੇਣਾ ਕੋਈ। ਜੇ ਇਹ ਟੀਵੀ ਤੇ ਪਾਬੰਦੀ ਲਾ ਸਕਦੇ ਲੋਕ ਤੇ ਇਹਨਾਂ ਨੇ ਫੋਨ ਕਿੱਥੇ ਪੰਜਾਬ ਵਿੱਚ ਕਿਸ ਦਾ ਵਿਕਣ ਦੇਣਾ ਜੇ ਇਹਨਾਂ ਦਾ ਰਾਜ ਹੋ ਜਾਂਦਾ ਤਾਂ। ਇਹ ਗੁੰਡਾਗਰਦੀ ਸੀ ਭਾਈ। ਸਾਹਿਬ ਕਿਰਪਾ ਕਰਨ। ਇਹ ਖੁਸ਼ੀ ਦੇ ਮੌਕੇ ਨੇ, ਵਿਆਹ, ਨੱਚਣਾ ਟੱਪਣਾ ਕਰਨ ਦਿਓ ਲੋਕਾਂ ਨੂੰ। ਲੋਕ ਰੀਤਾਂ, ਜਿਹਨੇ ਧਰਮ ਕਮਾਉਣਾ ਆਪਣਾ ਧਰਮ ਕਮਾਵੇ, ਜਿਹਨੇ ਨਹੀਂ ਕਮਾਉਣਾ ਆਪਣੀਆਂ ਮੌਜ ਮਸਤੀਆਂ ਕਰਨ ਦਿਓ ਲੋਕਾਂ ਨੂੰ। ਸਾਨੂੰ ਕੀ? ਕਬੀਰ ਤੇਰੀ ਚੌਂਪੜੀ ਗਲ ਕਠਿਨ ਕੇ ਪਾ ਜੋ ਕਰੇ ਸਿੰਘ ਭਰੇਂਗੇ ਤੁਮ ਕਿਉਂ ਹੋਏ ਉਦਾਸ। ਸਾਹਿਬ ਕਿਰਪਾ ਕਰ ਸੱਚੇ ਪਾਤਸ਼ਾਹ। ਇਹ ਗੱਲਾਂ ਬੜੀਆਂ ਕਰਨ ਵਾਲੀਆਂ ਨੇ, ਇਹ ਸਮੇਂ ਸਮੇਂ ਨਾਲ ਹੋਣੀਆਂ ਨੇ, ਪਰ ਸਾਡੇ ਵਿਦਵਾਨ ਗੁਣੀ ਗਿਆਨੀ ਨੇ ਆਪਣੀ ਆਤਮਾ ਨੂੰ ਗਿਰਵੀ ਰੱਖਿਆ ਹੋਇਆ, ਬੋਲਦੇ ਹੀ ਨਹੀਂ ਹੈ। ਆਤਮਾ ਗਿਰਵੀ ਰੱਖੀ ਹੋਈ। ਸਾਹਿਬ ਕਿਰਪਾ ਕਰਨ ਸੱਚੇ ਪਾਤਸ਼ਾਹ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ। ਬਾਬਾ ਮੈਂ ਹਰ ਵਰ ਦੇ, ਮੈਂ ਹਰ ਵਰ ਭਾਵੇ, ਤਿਸ ਕੀ ਬਲਰਾਮ ਜੀਓ। ਹਰ ਕੀ ਨਾਰ ਸਰਬ ਸੁਹਾਗਣ। ਜਿਹੜਾ ਜਿਹਨੂੰ ਰੱਬ ਰੂਪੀ ਸੁਹਾਗ ਮਿਲ ਜਾਂਦਾ ਨਾ, ਮੁੜ ਕੇ ਰੰਡੀ ਨਹੀਂ ਹੁੰਦੀ। ਇਹ ਸੁਹਾਗ ਅੱਜ ਹੋਏ, ਕੱਲ ਨੂੰ ਰੰਡੀ, ਪਰਸੋਂ ਰੰਡੀ, ਸਾਲ ਪਿੱਛੋਂ ਰੰਡੀ, ਪਤਾ ਨਹੀਂ ਕਦੋਂ ਰੰਡੀ ਹੋ ਜਾਣਾ। ਤੇ ਹਰ ਕੀ ਨਾਰ ਸਰਬ ਸੁਹਾਗਣ, ਰਾਂਡ ਨਾ ਮੈਲੇ ਵੇਸੇ। ਜਿਹੜਾ ਰੱਬ ਨਾਲ ਜੁੜ ਜਾਂਦਾ ਉਹਨੂੰ ਅੰਦਰੋਂ ਸੁਹਾਗ ਮਿਲਦਾ ਹੈ। ਅੱਜ ਨਾ ਸੁੱਤੀ ਕੰਤ ਸਿਉ, ਅੰਗ ਮੁੜੇ ਮੁੜ ਜਾਏ ਪੁੱਛੋ ਡਹਾਗਣੀ, ਤੁਮ ਕਿਉਂ ਰਹਿਣ ਵਿਹਾਏ। ਬਾਬਾ ਫਰੀਦ ਨੇ ਆਖਿਆ ਅੱਜ ਮੈਨੂੰ ਸੁਹਾਗ ਨਹੀਂ ਮਿਲਿਆ, ਕਿਸੇ ਕਾਰਨ ਨਾਰਾਜ਼ ਹੋ ਗਿਆ, ਸੁਹਾਗ ਹੀ ਮੇਰਾ ਪਰਾਂ ਤੁਰ ਗਿਆ ਤੇ ਮੇਰੀ ਰਾਤ ਨਹੀਂ ਲੰਘੀ। ਅੱਜ ਮੇਰੀ ਆਤਮਾ ਤੜਫਦੀ ਰਹੀ ਹੈ। ਉਹ ਦੁਨਿਆਵੀ ਵਿਆਹ ਹੋਵੇ ਚਾਹੇ ਨਾ ਹੋਵੇ, ਗੁਰੂ ਨਾਲ ਵਿਆਹ ਜ਼ਰੂਰ ਕਰਾ ਲਓ ਆਪਣਾ। ਰੱਬ ਨਾਲ ਵਿਆਹ ਜ਼ਰੂਰ ਹੋਣਾ ਚਾਹੀਦਾ। ਤੇ ਸਾਹਿਬ ਕਿਰਪਾ ਕਰਨ ਸੱਚੇ ਪਾਤਸ਼ਾਹ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਵਿਆਹ ਪੁਰਬ ਦੀਆਂ ਸਭ ਸਿੰਘ ਸੰਗਤਾਂ ਨੂੰ ਵਧਾਈਆਂ ਹੋਣ ਭਾਈ। ਇਹਨਾਂ ਕਹਿੰਦਾ ਦਾਸ ਖਿਮਾ ਦਾ ਜਾ ਚੁੱਕਿਆ ਭਾਈ। ਕੋਈ ਸੁਭਾਅ ਹੀ ਮੇਰਾ ਇਸ ਤਰ੍ਹਾਂ ਦਾ ਗੱਲਾਂ ਕਰਨ ਦਾ। ਸਾਹਿਬ ਰਹਿਮਤ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।